with the times. छोटे ਨੂੰ ਪਿਆਰ ਬੜੇ ਨੂੰ ਪ੍ਰਣਾਮ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ। ਅੱਜ ਕੋਵਿਡ-19 ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਬੈਠੇ ਆ, ਬਟ ਸਾਨੂੰ ਮੌਕਾ ਮਿਲ ਕਰ ਰਿਹਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਇੱਕ ਉੱਘੇ ਕਲਾਕਾਰ ਰਵਿੰਦਰ ਗਰੇਵਾਲ ਜੀ ਨਾਲ ਗੱਲ ਕਰਨ ਦਾ। ਰਵਿੰਦਰ ਜੀ, ਵੈਲਕਮ ਟੂ ਦ ਸ਼ੋ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੇ ਵਰੁਣ ਸਿੱਧੀ ਤੋਂ ਗੱਲ ਕਰਾਂਗੇ ਸਿੱਧਾ ਗਰੇਵਾਲ ਸਾਹਿਬ ਨਾਲ ਲੁਧਿਆਣਾ ਦੇ ਵਿੱਚ। ਤੁਸੀਂ ਵੈਸੇ ਤਾਂ ਦੇਖਣ 'ਚ ਅੱਜ ਵੀ ਉਹੋ ਜਿਹੇ ਲੱਗਦੇ ਹੋ ਜਿੱਦਾਂ ਦੇ 1995 'ਚ ਲੱਗਦੇ ਸੀਗੇ, ਜਦੋਂ ਮੈਂ ਕਿਹਾ 16 ਸਾਲ ਦੀ ਉਮਰ 'ਚੋਂ ਪਾਇਆ ਸੀਗਾ ਪੜਨ ਨਾਨਕੇ ਲਾਤੀ। ਹਾਂਜੀ, ਉਦੋਂ 16 ਸਾਲ ਗਾਣਾ ਰਿਲੀਜ਼ ਕੀਤਾ ਸੀ, ਪਹਿਲੀ ਟੇਪ ਸੀਗੀ ਉਹ। ਹਾਂਜੀ, ਤੇ ਉਦੋਂ ਤੋਂ ਅੱਜ ਤੱਕ ਲੈ ਕੇ ਮੈਨੂੰ ਕੋਈ ਫਰਕ ਨਹੀਂ ਲੱਗਿਆ ਤੁਹਾਡੇ ਦੇਖਣ ਦੇ ਵਿੱਚ। ਇਹਦਾ ਰਾਜ ਵੈਸੇ ਤਾਂ ਚਲੋ ਚੰਗੀ ਗੱਲ ਹੈ ਜੀ, ਫਰਕ ਨਹੀਂ ਲੱਗਿਆ, ਲੱਗਣਾ ਵੀ ਨਹੀਂ ਚਾਹੀਦਾ, ਮੈਂ ਤਾਂ ਇਹ ਕਹੂੰਗਾ। ਪਰ ਰਾਜ ਤਾਂ ਖੈਰ, ਇੱਕ ਤਾਂ ਮੈਨੂੰ ਮਤਲਬ ਚੰਗਾ ਖਾਣ ਦਾ ਬਹੁਤ ਸ਼ੌਕ ਆ ਸ਼ੁਰੂ ਤੋਂ ਹੀ, ਔਰ ਬੜਾ ਸਿੰਪਲ ਜਿਹਾ ਖਾਣਾ ਮੈਂ ਖਾਣਾ, ਮਤਲਬ ਬਾਹਰ ਤੋਂ ਜ਼ਿਆਦਾ ਤਲੀਆਂ ਚੀਜ਼ਾਂ ਜਾਂ ਕੁਝ ਹੋਰ ਇੱਦਾਂ ਦਾ ਮਸਾਲੇ ਚਟਪਟੇ ਇਹੋ ਜਿਹਾ ਖਾਣ ਦਾ ਮੈਨੂੰ ਸ਼ੌਕ ਨਹੀਂ ਹੈ। ਮੇਰਾ ਖਿਆਲ ਖਾਣ ਪੀਣ ਹੈਗਾ ਜਿਹੜਾ ਉਹ ਜ਼ਿਆਦਾ ਤੁਹਾਡਾ ਹੈ ਨਾ 80% ਤੁਹਾਡੀ ਜਿਹੜੀ ਸਿਹਤ ਦੇ ਉੱਤੇ ਉਹ ਅਸਰ ਪਾਉਂਦਾ। ਤੋ ਬਾਕੀ ਇੱਕ ਪੋਜ਼ੀਟਿਵ ਥਿੰਕਿੰਗ ਜਿਹੜੀ ਤੁਹਾਡੀ ਹੁੰਦੀ ਆ ਕਿ ਦਿਮਾਗ ਦੇ ਵਿੱਚ ਜਦੋਂ ਅਸੀਂ ਕੁਝ ਉਲਟਾ ਸਿੱਧਾ ਨਹੀਂ ਭਰਦੇ, ਕਿਉਂਕਿ ਜਿੰਨਾ ਦਿਮਾਗ ਦੇ ਵਿੱਚ ਤੁਸੀਂ ਹੈ ਨਾ ਜਿਹੋ ਜਿਹਾ ਕੁਝ ਭਰੋਗੇ ਉਹ ਤੁਹਾਡੇ ਚਿਹਰੇ ਦੇ ਉੱਤੇ ਆਉਣਾ ਸ਼ੁਰੂ ਹੋ ਜਾਂਦਾ। ਸੋ ਮੈਨੂੰ ਲੱਗਦਾ ਇੱਕ ਬੰਦੇ ਨੂੰ ਪੋਜ਼ੀਟਿਵ ਰਹਿਣਾ ਚਾਹੀਦਾ ਹਮੇਸ਼ਾ ਲਾਈਫ 'ਚ। ਔਰ ਬਾਕੀ ਫਿਰ ਜਿੰਨਾ ਟਾਈਮ ਮਿਲਦਾ ਕੁਝ ਮੇਰੇ ਸ਼ੌਕ ਹੈਗੇ ਆ ਜਾਂ ਐਕਸਰਸਾਈਜ਼, ਮੈਂ ਉਹ ਵੀ ਜ਼ਰੂਰ ਉਹਨੂੰ ਵੀ ਆਪਣਾ ਟਾਈਮ ਦਿੰਦਾ। ਸੋ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਮਤਲਬ ਇੱਕ ਅੱਛਾ ਤੁਹਾਡੇ ਚਿਹਰੇ ਨੂੰ ਖੁਸ਼ ਰੱਖਦੀਆਂ। ਔਰ ਵਾਪਿਸ ਲੈ ਕੇ ਚੱਲਾਂ ਜੇ ਸ਼ੁਰੂਆਤੀ ਦਿਨਾਂ ਦੇ ਵਿੱਚ, ਉਹਦੇ ਵਿੱਚ 4 ਲਾਈਨਾਂ ਦੇ ਵਿੱਚ ਜੇ ਤੁਸੀਂ ਆਪਣੀ ਜਰਨੀ ਬਿਆਨ ਕਰਨੀ ਹੋਵੇ ਤਾਂ? ਸ਼ੁਰੂਆਤੀ ਦੌਰ ਦੇ ਵਿੱਚ ਇੱਕ ਤਾਂ ਬੜਾ ਕੁਝ ਜੋ ਵੀ ਉਦੋਂ ਹੋਇਆ ਮੇਰੇ ਲਈ ਬਹੁਤ ਉਹ ਅਨਐਕਸਪੈਕਟਿਡ ਸੀਗਾ, ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਆ ਸਕਦਾ ਜਾਂ ਮੈਂ ਇੱਕ ਸਿੰਗਰ ਬਣ ਸਕਦਾ। ਕਿਉਂਕਿ ਇੱਕ ਸਾਡੀ ਜਿਵੇਂ ਮਿਡਲ ਕਲਾਸ ਫੈਮਿਲੀ, ਫਾਦਰ ਮੇਰੇ ਟੀਚਰ ਰਿਟਾਇਰਡ ਨੇ, ਸੋ ਉਹ ਇੱਕ ਦੌਰ ਮਤਲਬ ਕੁਝ ਮਾਹੌਲ ਉੱਦਾਂ ਦਾ ਸੀਗਾ। ਸੋ ਪਰ ਮੈਨੂੰ ਸ਼ੌਕ ਬਹੁਤ ਜ਼ਿਆਦਾ ਸੀ ਇਸ ਲਾਈਨ ਦਾ, ਔਰ ਟੇਪਾਂ ਦੇ ਵਿੱਚੋਂ ਗਾਣੇ ਸੁਣ ਸੁਣ ਕੇ ਗਾਉਣੇ। ਸੋ ਪਰ ਇੰਨਾ ਲੰਬਾ ਨਹੀਂ ਸੀ ਕਦੇ ਸੋਚਿਆ ਕਿ ਇਸੇ ਲਾਈਨ ਦੇ ਵਿੱਚ ਆਪਾਂ ਅੱਗੇ ਆਪਣਾ ਕੈਰੀਅਰ ਵੀ ਸੋਚ ਸਕਦੇ ਹਾਂ ਜਾਂ ਸਾਰਾ ਕੁਝ ਇਸੇ ਲਾਈਨ ਦੇ ਵਿੱਚੋਂ ਹੀ ਮਿਲ ਜਾਏਗਾ ਜੋ ਦੋ ਬੰਦੇ ਨੂੰ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਸੋ ਪਰ ਉਹ ਟਾਈਮ ਤਾਂ ਮੈਂ ਹੁਣ ਵੀ ਜਦੋਂ ਯਾਦ ਕਰਦਾ ਤਾਂ ਬੜਾ ਇੱਕ, ਕਿਉਂਕਿ ਬਹੁਤ ਦੂਰ ਸੀ ਮੇਰੇ ਤੋਂ ਵੈਸੇ ਇਹ ਲਾਈਨ, ਕਿਉਂਕਿ ਜਦ ਤੁਹਾਡਾ ਕੋਈ ਇਸ ਲਾਈਨ ਦੇ ਵਿੱਚ ਹੈ ਨਾ ਤੁਹਾਨੂੰ ਕੋਈ ਸਾਂਭਣ ਵਾਲਾ ਜਾਂ ਗੋਡਫਾਦਰ ਇੱਦਾਂ ਦਾ ਨਾ ਹੋਵੇ। ਬਟ ਫਿਰ ਮੈਨੂੰ ਸਰਦਾਰ ਜਗਦੇਵ ਸਿੰਘ ਜੱਸੋਵਾਲ ਸਾਹਿਬ, ਮੈਂ ਤਾਂ ਸਮਝਦਾ ਜਿਵੇਂ ਰੱਬ ਨੇ ਹੀ ਉਹਨਾਂ ਨੂੰ ਮਿਲਾਇਆ ਹੁੰਦਾ। ਸੋ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਦਿੱਤੀ ਸ਼ੁਰੂ ਦੇ ਵਿੱਚ, ਤੋਂ ਇੱਕ ਰਸਤਾ ਮੇਰਾ ਉੱਥੋਂ ਖੁੱਲ੍ਹਿਆ। ਸੋ ਉਹਦੇ ਤੋਂ ਅੱਗੇ ਫਿਰ ਕੜੀ ਨਾ ਕੜੀ ਜੁੜਦੀ ਗਈ। ਸੋ ਪਹਿਲੀ ਟੇਪ ਫਿਰ ਮੇਰੀ ਇੱਦਾਂ ਹੀ ਫਾਈਨ ਟੋਨ ਕੰਪਨੀ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿਹੜੀ 95 ਦੇ ਵਿੱਚ ਕੀਤੀ, ਜਿਹੜੀ 95 ਦੇ ਵਿੱਚ ਕੀਤੀ ਆਪਣੇ ਪੜਨ ਨਾਲ ਖਿਲਾਤੀ। ਪੜਨ ਨਾਲ ਖਿਲਾਤੀ, ਹਾਂਜੀ। ਪਰ ਕਿੱਦਾਂ ਕਿ ਤੁਹਾਡੇ ਕਾਫੀ ਸਾਰੇ ਗਾਣੇ ਰਿਲੀਜੀਅਸ ਗਾਣੇ ਬਹੁਤ ਹੀ ਸਾਰਿਆਂ ਨੇ ਪਸੰਦ ਕੀਤੇ, ਬੜੇ ਹੀ ਹਿੱਟ ਹੋਏ ਨੇ। ਤੇ ਕਿਹੜਾ ਕਿ ਬਾਬਾ ਨਾਨਕਾ ਗਾਣਾ ਜਿਹਦੀ ਰਿੰਗਟੋਨ ਆਈ ਤੇ ਸਾਰੇ ਪੰਜਾਬ ਦੇ ਵਿੱਚ, ਸਾਰੇ ਦੇਸ਼ 'ਚ ਇੰਨੀ ਜ਼ਿਆਦਾ ਹਿੱਟ ਹੋਈ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਮੈਨੂੰ ਲੱਗਦਾ ਮਿਊਜ਼ਿਕ ਦੀ ਕੋਈ ਸ਼ੈਲੀ ਨਹੀਂ ਆ, ਹੈ ਨਾ, ਕੋਈ ਭਾਸ਼ਾ ਨਹੀਂ ਆ। ਜਦੋਂ ਚੰਗੀ ਚੀਜ਼ ਰਿਕਾਰਡ ਹੁੰਦੀ ਆ, ਸੋ ਉਹਦੇ 'ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਧਾਰਮਿਕ ਗੀਤ ਲੋਕ ਘੱਟ ਸੁਣਦੇ ਆ ਜਾਂ ਰੋਮਾਂਟਿਕ ਸੌਂਗ ਚੱਲਣਗੇ ਜਾਂ ਸੱਭਿਆਚਾਰਕ ਜਾਂ ਡਾਂਸਿੰਗ ਸੌਂਗ ਚੱਲਣਗੇ, ਸੈਡ ਸੌਂਗ ਚੱਲਣਗੇ। ਸੋ ਮੇਰੇ ਲਈ ਗਾਣਾ ਸਿਰਫ ਗਾਣਾ ਹੈ। ਸੋ ਜਦੋਂ ਕੋਈ ਚੰਗੀ ਗੱਲ ਆਉਂਦੀ ਆ ਨਾ, ਸੋ ਉਹ ਗਾਣਾ ਮੈਂ ਤਾਂ ਸਮਝਦਾ ਕਿ ਮੈਂ ਕਿਸਮਤ ਵਾਲਾ ਕਿ ਮੇਰੇ ਹਿੱਸੇ ਆਇਆ, ਕਿਉਂਕਿ ਉਹ ਲਾਈਨਾਂ ਹੀ ਇੰਨੀਆਂ ਵੱਡੀਆਂ ਸੀ। ਚਾਹੇ ਅਸੀਂ ਸ਼ੁਰੂ ਤੋਂ ਸੁਣਦੇ ਆਉਂਦੇ ਹਾਂ, ਹੈ ਨਾ, ਇਹ ਬੋਲੀਆਂ ਦੇ ਵਿੱਚ ਵੀ ਜਦੋਂ ਕੋਈ ਸਾਡੀ ਸਮਾਪਤੀ ਹੁੰਦੀ ਆ ਤੇ ਉਦੋਂ ਪਾਈ ਜਾਂਦੀਆਂ ਆਮੀ ਬਾਬਾ ਨਾਨਕਾ, ਜਾਮੀ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਮੀ ਬਾਬਾ ਨਾਨਕਾ। ਪਰ ਉਹਨੂੰ ਇੱਕ ਨਵੇਂ ਢੰਗ ਦੇ ਵਿੱਚ ਲੈ ਕੇ ਆਉਣਾ ਵੀ ਇੱਕ ਚੈਲੰਜ ਸੀ, ਕਿਉਂਕਿ ਉਹਦੀ ਇੱਕ ਕੰਪੋਜੀਸ਼ਨ ਵੀ ਲੋਕਾਂ ਦੇ ਦਿਮਾਗ 'ਚ ਬੜੀ ਹੋਈ ਸੀ। ਪਰ ਅਸੀਂ ਨਵੀਂ ਕੰਪੋਜ਼ 'ਚ ਉਹਨੂੰ ਰਿਕਾਰਡ ਕੀਤਾ। ਔਰ ਵੱਡੀ ਗੱਲ ਮੈਂ ਸਮਝਦਾ ਕਿ ਲਿਰਿਕਸ ਬਹੁਤ ਹੀ ਜ਼ਿਆਦਾ ਵਧੀਆ ਸੀਗੇ ਜਿਹੜੇ ਰਾਜੂ ਦੱਦਾ ਹੋਰਾਂ ਨੇ ਲਿਖੇ। ਔਰ ਉਹ ਫਿਰ ਗਾਣਾ ਇੰਨਾ ਜ਼ਿਆਦਾ ਚੰਗਾ, ਕਿਉਂਕਿ ਮੈਂ ਉਹਨੂੰ ਗਾਣਾ ਨਹੀਂ, ਮੈਂ ਤਾਂ ਉਹਨੂੰ ਅਰਦਾਸ ਕਹਿਣਾ ਹੁੰਦਾ
ਕਿਉਂਕਿ ਸਰਬੱਤ ਦੇ ਭਲੇ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਸੋ ਉਹ ਫਿਰ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਮਕਬੂਲ ਹੋਇਆ। ਔਰ ਅੱਜ ਤੱਕ ਵੀ ਮੇਰਾ ਖਿਆਲ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਉਹਦੀ ਰਿੰਗਟੋਨ ਉਦੋਂ ਦੀ ਲਾਈ ਹੋਈ ਹਾਲੇ ਤੱਕ ਚੇਂਜ ਨਹੀਂ ਕੀਤੀ। ਗਰੇਵਾਲ ਸਾਹਿਬ, ਤੁਸੀਂ ਮਸ਼ਹੂਰ ਹੈਗੇ ਹੋ ਸਾਫ਼ ਸੁਥਰੀ ਗਾਇਕੀ ਕਰਕੇ, ਜੀ ਤੇ ਮੈਂ ਇੱਕ ਕਿਤੇ ਇਨਸੀਡੈਂਟ ਪੜ੍ਹ ਰਿਹਾ ਸੀਗਾ, ਕਿਸੇ ਨੇ ਤੁਹਾਨੂੰ ਵਿਆਹ ਵਾਸਤੇ ਬੁੱਕ ਕੀਤਾ ਪਰ ਗਾਣਾ ਉਹਨੇ ਸੁਣਿਆ ਸੀ ਫਾਂਸੀ, ਜੀ ਬਿਲਕੁਲ ਬਿਲਕੁਲ ਹਨਾ, ਬਟ ਹੀ ਲਵਡ ਯੂ, ਹੀ ਲਵਡ ਯੋਰ ਸਟਾਈਲ ਆਫ ਗਾਇਕੀ ਟੂ ਮਚ, ਤੇ ਉਹ ਵਾਲਾ ਇਨਸੀਡੈਂਟ ਯਾਦ ਆ? ਹਾਂਜੀ ਹਾਂਜੀ ਬਿਲਕੁਲ ਯਾਦ ਆ, ਕਿਉਂਕਿ ਮੈਂ ਇਹੀ ਕਹਿਣਾ ਹੁੰਦਾ ਕਿ ਪਤਾ ਨਹੀਂ ਕਿਹੜੇ ਗੀਤ ਨੇ ਜਾਂ ਜੋ ਤੁਸੀਂ ਗਾਉਂਦੇ ਹੋ, ਆਮ ਇਹ ਕਿਹਾ ਜਾਂਦਾ ਕਿ ਜਿਹੜੇ ਇਦਾਂ ਦੇ ਗਾਣੇ ਹੈਗੇ ਆ, ਜੇ ਤੁਸੀਂ ਪੈਟਰੋਟਿਕ ਗਾਉਂਦੇ ਹੋ ਜਾਂ ਧਾਰਮਿਕ ਗਾਉਂਦੇ ਹੋ, ਇਹ ਤੁਹਾਡੇ ਮਤਲਬ ਕਰੀਅਰ ਦੇ ਵਿੱਚ ਕੋਈ ਬਹੁਤ ਹੈਲਪ ਨਹੀਂ ਕਰਦੇ ਜਾਂ ਤੁਹਾਨੂੰ ਸ਼ੋਜ਼ ਨਹੀਂ ਮਿਲਦੇ, ਕਿਉਂਕਿ ਮੇਨ ਇਨਕਮ ਦਾ ਸਾਧਨ ਕਿਸੇ ਵੀ ਆਰਟਿਸਟ ਦਾ ਉਹਦੇ ਸ਼ੋਜ਼ ਹੀ ਹੁੰਦੇ ਆ। ਪਰ ਮੈਂ ਇਹ ਗੱਲ ਦੇਖੀ ਆ ਕਿ ਮੈਂ ਜਿਹੜੀ ਫਾਂਸੀ ਦੀ ਤੁਸੀਂ ਗੱਲ ਕਰਦੇ ਹੋ ਕਿ ਇੱਕ ਮੈਂ ਪ੍ਰੋਗਰਾਮ ਵਿਆਹ ਦਾ ਸੀਗਾ, ਹਾਲਾਂਕਿ ਉੱਥੇ ਗਾਣੇ ਜ਼ਿਆਦਾ ਤਾਂ ਦੂਸਰੇ ਹੀ ਸਾਰੇ ਸੁਣੇ ਜਾਣੇ ਸੀ, ਪਰ ਉਹ ਮੁੰਡੇ ਦਾ ਜਿਹੜਾ ਵਿਆਹ ਵਾਲੇ ਦਾ ਫਾਦਰ ਸੀ, ਤੋ ਉਹ ਜਦੋਂ ਮੈਨੂੰ ਆ ਕੇ ਸ਼ੁਰੂ ਦੇ ਵਿੱਚ ਮਿਲਿਆ ਪ੍ਰੋਗਰਾਮ ਤੋਂ ਪਹਿਲਾਂ, ਸੋ ਉਹਨਾਂ ਨੇ ਗੱਲ ਹੀ ਇਹ ਕੀਤੀ, ਕਹਿੰਦੇ ਮੈਂ ਤੇਰਾ ਫਾਂਸੀ ਵਾਲਾ ਗਾਣਾ ਸੁਣਿਆ ਸੀ, ਉਹ ਭਗਤ ਸਿੰਘ ਵਾਲਾ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ, ਔਰ ਮੈਂ ਉਦੋਂ ਹੀ ਸੋਚ ਲਿਆ ਸੀ ਵੀ ਆਪਦੇ ਮੁੰਡੇ ਦੇ ਵਿਆਹ ਤੇ ਮੈਂ ਇਸੇ ਮੁੰਡੇ ਨੂੰ ਬੁੱਕ ਕਰਨਾ ਜਿਹਨੇ ਇੰਨਾ ਸੋਹਣਾ ਗਾਣਾ ਭਗਤ ਸਿੰਘ ਦੇ ਬਾਰੇ ਗਾਇਆ। ਸੋ ਮੈਂ ਇਹੀ ਕਹਿਣਾ ਕਿ ਪਤਾ ਨਹੀਂ ਇਹ ਜਿਹੜੇ ਇਹੋ ਜਿਹੇ ਗੀਤ ਨੇ ਇਹ ਤੁਹਾਨੂੰ ਪਰਿਵਾਰਾਂ ਦੇ ਵਿੱਚ ਲੈ ਕੇ ਜਾਂਦੇ ਆ, ਹੈ ਨਾ, ਔਰ ਇਹਦੀ ਇੱਕ ਅਲੱਗ ਆਡੀਅנס ਹੈਗੀ ਆ। ਸੋ ਮੈਂ ਤਾਂ ਇਹੀ ਕਹੂੰਗਾ ਕਿ ਆਮੀ ਬਾਬਾ ਨਾਨਕਾ ਜਾਂ ਫਾਂਸੀ ਟੇਪ ਜਿੰਨੇ ਵੀ ਅਸੀਂ ਅਲੱਗ-ਅਲੱਗ ਕੀਤੇ ਆ, ਸੋ ਉਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ। ਤੇ ਕਿਹੜਾ ਲਾਕਡਾਊਨ ਚੱਲਦਾ ਪਿਆ ਆ, ਤੇ ਲਾਕਡਾਊਨ ਦੇ ਵਿੱਚ ਤੁਹਾਡਾ ਰਿਆਜ਼ ਕਿੱਦਾਂ ਚੱਲ ਰਿਹਾ ਤੇ ਕਿੱਦਾਂ ਟਾਈਮ ਪਾਸ ਹੋ ਰਿਹਾ ਇਸ ਟਾਈਮ? ਰਿਆਜ਼ ਦਾ ਤਾਂ ਖੈਰ ਹੁਣ ਖੁੱਲ੍ਹਾ ਟਾਈਮ ਹੈ ਜੀ ਕਿਉਂਕਿ ਸਾਰਾ ਦਿਨ ਹੀ ਵਿਹਲੇ ਆ। ਸੋ ਟਾਈਮ ਪਾਸ ਬਸ ਇੱਦਾਂ ਹੀ ਆ। ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਇਹ ਆਤਮ ਮੰਥਨ ਕਰਨ ਦਾ ਟਾਈਮ ਆ ਕਿ ਆਪਣੇ ਆਪ ਨੂੰ ਜਾਣਨ ਦਾ, ਹੈ ਨਾ, ਕਿ ਕਿਹੜੀਆਂ ਸਾਡੇ 'ਚ ਕਮੀਆਂ ਨੇ, ਕੀ ਕੁਛ ਅਸੀਂ ਠੀਕ ਕਰ ਰਹੇ ਹਾਂ, ਕੀ ਗਲਤ ਕਰ ਰਹੇ ਹਾਂ। ਔਰ ਮੇਰਾ ਖਿਆਲ ਸਾਰੇ ਸਮਾਜ ਨੂੰ ਹੀ ਇਸ ਚੀਜ਼ ਦੀ ਲੋੜ ਆ ਕਿ ਇਹ ਜਿਹੇ ਹਾਲਾਤ ਕਿਉਂ ਬਣੇ ਨੇ, ਹੈ ਨਾ, ਇਹਦੇ 'ਚ ਕਿਤੇ ਇਨਸਾਨ ਦੀ ਗਲਤੀ ਤਾਂ ਨਹੀਂ, ਜਾਂ ਅਸੀਂ ਕਿਤੇ ਕੁਦਰਤ ਦੇ ਨਾਲ ਉਹਨਾਂ ਇਨਸਾਫ ਨਹੀਂ ਕਰ ਪਾ ਰਹੇ ਜਿੰਨੀ ਕੁਦਰਤ ਦੀ ਸਾਡੇ ਤੋਂ ਡਿਮਾਂਡ ਆ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਹੀ ਮੈਂ ਸੋਚਦਾ ਰਹਿਣਾ ਬੈਠ ਕੇ, ਔਰ ਮੈਨੂੰ ਲੱਗਦਾ ਇਹ ਲੋਕਡਾਊਨ ਨੇ ਬਹੁਤ ਕੁਝ ਸਿਖਾ ਕੇ ਜਾਣਾ ਕਿ ਬੜੀਆਂ ਥੋੜ੍ਹੀਆਂ ਜਿਹੀਆਂ ਬੰਦੇ ਨੂੰ ਸੀਮਤ ਜੀਆਂ ਜ਼ਰੂਰਤਾਂ ਨੇ ਉਹਦੀਆਂ, ਜਿਹਦੇ ਨਾਲ ਉਹ ਬਹੁਤ ਵਧੀਆ ਜ਼ਿੰਦਗੀ ਕੱਢ ਸਕਦਾ। ਕਈ ਵਾਰੀ ਅਸੀਂ ਦਾਇਰਾ ਆਪਣਾ ਐਡਾ ਵੱਡਾ, ਜਿਵੇਂ ਕਹਿੰਦੇ ਆ ਕਿ ਜਿੱਡਾ ਸਿਰ ਓਡੀ ਸਿਰ ਪੀੜਾ, ਸੋ ਅਸੀਂ ਸਿਰ ਆਪਣੇ ਏਡੇ ਏਡੇ ਵੱਡੇ ਕਰ ਲਏ। ਸੋ ਫਿਰ ਜਿਉਂ-ਜਿਉਂ ਸਾਡੀਆਂ ਜ਼ਰੂਰਤਾਂ ਵਧੀ ਜਾਂਦੀਆਂ, ਫਿਰ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਉਨੇ ਹੀ ਜ਼ਿਆਦਾ ਸਾਡੀਆਂ ਟੈਨਸ਼ਨਾਂ ਵਧੀ ਜਾਂਦੀਆਂ ਨੇ। ਸੋ ਪਰ ਇਹ ਲੋਕਡਾਊਨ ਨੇ ਇੱਕ ਗੱਲ ਤਾਂ ਸਾਬਿਤ ਕਰਤੀ ਕਿ ਬਹੁਤ ਸਿੰਪਲ ਲਾਈਫ ਬੰਦਾ ਜਿਉਂ ਸਕਦਾ, ਹੈ ਨਾ, ਔਰ ਬਹੁਤ ਜ਼ਿਆਦਾ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਆ। ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਐਵੇਂ ਹੀ ਨੇ, ਔਰ ਉਹਦੇ ਤੋਂ ਬਿਨਾਂ ਵੀ ਜ਼ਿੰਦਗੀ ਬੜੀ ਅੱਛੀ ਗੁਜ਼ਰ ਰਹੀ ਆ। ਸੋ ਮੈਨੂੰ ਲੱਗਦਾ ਕਿ ਬਾਕੀ ਟਾਈਮ ਤਾਂ ਬਹੁਤ ਹੁੰਦਾ, ਹੈ ਨਾ, ਅਤੇ ਆਪਣੇ ਰਿਆਜ਼ ਵੀ ਕਰੀਦਾ, ਬਾਕੀ ਮੈਨੂੰ ਐਕਸਰਸਾਈਜ਼ ਦਾ ਸ਼ੌਕ ਆ, ਤੋ ਉਹ ਬਾਕੀ ਚੰਗਾ ਖਾਈ ਪੀਦਾ ਸਾਰਾ ਦਿਨ। ਸੋ ਫਿਰ ਵੀ ਮੈਨੂੰ ਲੱਗਦਾ ਕਿ ਇਹ ਲੋਕਡਾਊਨ ਵੀ ਬੰਦੇ ਨੂੰ ਖੁਸ਼ ਹੋ ਕੇ ਹੀ ਕੱਢਣਾ ਚਾਹੀਦਾ। ਦੇਖੋ, ਇਹਦੇ ਤੋਂ ਇਰੀਟੇਟ ਹੋਣ ਦੀ ਲੋੜ ਨਹੀਂ ਕਿ ਉਹ ਦਿਨ ਤਾਂ ਨਿਕਲਣੇ ਹੀ ਆ, ਹੈ ਨਾ। ਤਾਂ ਮੈਂ ਹਮੇਸ਼ਾ ਲਾਈਫ 'ਚ ਪੋਜ਼ੀਟਿਵ ਰਿਹਾ। ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਵੀ ਇਹਨਾਂ ਦਿਨਾਂ ਨੂੰ ਵੀ ਇੰਜੋਏ ਕਰਨਾ ਚਾਹੀਦਾ। ਰਵਿੰਦਰ ਜੀ, ਮੇਰੇ ਖਿਆਲ ਕੁਦਰਤ ਨੇ ਨਾ ਇੱਕ ਰੀਸੈਟ ਦਾ ਬਟਨ ਦਬਾ ਦਿੱਤਾ ਸਾਰੇ ਦੀ ਜ਼ਿੰਦਗੀ ਦੇ ਵਿੱਚ, ਵੀ ਇਸ ਤੋਂ ਬਾਅਦ ਜ਼ਿੰਦਗੀ ਦੀ ਸੈਕਿੰਡ ਇਨਿੰਗ ਸ਼ੁਰੂ ਹੋਣ ਵਾਲੀ ਹੈ। ਜਿਵੇਂ ਤੁਸੀਂ ਕਿਹਾ ਵੀ ਖੁਸ਼ ਹੋ ਕੇ ਦਿਨ ਲੰਘ ਜਾਣ ਤਾਂ ਸੌਖੇ ਨਿਕਲ ਜਾਂਦੇ ਆ। ਅੱਜ ਕੱਲ੍ਹ ਨਾ ਨਵੇਂ ਸਿੰਗਰਸ ਛੋਟੀ ਉਮਰ ਵਾਲੇ ਸੋਸ਼ਲ ਮੀਡੀਆ ਕਰਕੇ ਕਾਫੀ ਪਪੂਲਰ ਹੋ ਜਾਂਦੇ ਆ ਰਾਤੋਂ ਰਾਤ, ਬਟ ਉਹਨਾਂ ਦੀ ਇਹੀ ਰਹਿੰਦੀ ਜੀ ਚੰਗੇ ਗੀਤ ਗਾਉਂਦੇ ਆ, ਉਹ ਸੁਣਦੇ ਨਹੀਂ, ਸਾਨੂੰ ਵਿਊਜ਼ ਨਹੀਂ ਮਿਲਦੇ। ਪਰ ਮੇਰਾ ਇਹ ਕਹਿਣਾ ਵੀ ਤੁਹਾਡੇ ਵਰਗੇ ਇੰਨੇ ਸਾਲਾਂ ਤੋਂ ਜੇ ਮਾਰਕੀਟ ਵਿੱਚ ਬੈਠੇ ਆ, ਉਹ ਚੰਗੇ ਗੀਤਕਾਰ ਦੇ ਸਦਕੇ ਹੀ ਬੈਠੇ ਆ। ਇਹ ਅੱਜ ਕੱਲ੍ਹ ਦੇ ਬੰਦੇ ਸ਼ਿਕਾਇਤ ਕਰਦੇ ਆ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ? ਦੇਖੋ ਜੀ, ਵਿਊ ਵਿਆਹ ਦੀ ਦੌੜ 'ਚ ਤਾਂ ਮੈਂ ਕਦੇ ਪਿਆਰ ਹੀ, ਮੇਰੇ ਲਈ ਗਾਣਾ ਉਹ ਹਿੱਟ ਆ ਬਿਲਕੁਲ, ਜਿਹੜਾ ਤੁਹਾਨੂੰ ਟਰੈਕਟਰਾਂ 'ਤੇ ਚੱਲਦਾ ਸੁਣ ਜਵੇ, ਜਿਹੜਾ ਤੁਹਾਨੂੰ ਗੱਡੀਆਂ 'ਚ ਵੱਜਦਾ ਸੁਣ ਜਵੇ, ਜਿਹੜਾ ਤੁਹਾਨੂੰ ਲੋਕ ਵਿਆਹ 'ਚ ਵਜਾਉਂਦੇ ਸੁਣ ਜਾਣ। ਫਿਰ ਵੀ ਕੁਝ ਕੁ ਗੀਤ ਇਹੋ ਜਿਹੇ ਹੁੰਦੇ ਆ ਜਿਹੜੇ ਵਿਆਹਾਂ 'ਚ ਚੱਲਣ ਲਈ ਨਹੀਂ ਬਣੇ ਹੋਏ, ਤਾਂ ਉਹ ਤੁਹਾਨੂੰ ਕਿਤੇ ਗੱਡੀ 'ਚ, ਕਿਤੇ ਹੈ ਨਾ, ਕਾਰਾਂ 'ਚ ਜਾਂ ਆਲੇ ਦੁਆਲੇ ਜੇ ਤੁਹਾਡੇ ਕੰਨੀ ਪੈਂਦਾ ਤਾਂ ਇਹਦਾ ਮਤਲਬ ਕਿ ਲੋਕਾਂ 'ਚ ਗਾਣਾ ਪ੍ਰਵਾਨ ਚੜਿਆ। ਬਾਕੀ ਵਿਊ ਵਿਆਹ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ, ਇਹ ਤੁਸੀਂ ਜਿੰਨੇ ਮਰਜ਼ੀ ਵਧਾ ਲਓ, ਹੈ ਨਾ, ਦੂਜੇ ਦਿਨ ਜਿੰਨੇ ਮਰਜ਼ੀ ਚਾਹੇ ਬਿਲੀਅਨ ਜਦੋਂ ਮਰਜ਼ੀ ਕਰਵਾ ਲਓ, ਸਿਰਫ ਪੈਸੇ ਦੀ ਖੇਡ ਆ। ਸੋ ਪਰ ਮੈਂ ਤਾਂ ਆਪਣੀ ਲਾਈਫ ਦਾ ਮੇਰਾ ਤਜਰਬਾ ਇਹੀ ਆ ਕਿ ਜੇ ਲੰਬਾ ਟਾਈਮ ਤੁਸੀਂ ਦੌੜਨਾ ਚਾਹੁੰਦੇ ਹੋ, ਹੈ ਨਾ, ਜੇ ਲੰਬੀ ਰੇਸ ਦੇ ਘੋੜੇ ਬਣਨਾ, ਤਾਂ ਤੁਹਾਨੂੰ ਹਰ ਪੱਖ ਦਾ ਗਾਣਾ ਗਾਉਣਾ ਪਊਗਾ, ਹਰ
ਟੌਪਿਕ ਨੂੰ ਤੁਹਾਨੂੰ ਟੱਚ ਕਰਨਾ ਪਊਗਾ। ਉਹ ਇਹ ਨਹੀਂ ਹੋ ਸਕਦਾ ਕਿ ਉਹਦੇ ਵਿਊ ਬਹੁਤ ਜ਼ਿਆਦਾ ਹੋਣ, ਤੁਹਾਨੂੰ ਉਹਦੇ ਲਈ ਬਹੁਤ ਜ਼ਿਆਦਾ ਸੁਣਨ ਵਾਲੇ ਮਿਲਣ, ਪਰ ਉਹ ਜਿੰਨੇ ਉਹਦੀ ਇੱਕ ਅਲੱਗ ਆਡੀਅנס ਹੈਗੀ ਆ ਉਹਨੂੰ ਤੁਸੀਂ ਨਾਲ ਜੋੜਦੇ ਹੋ। ਤਾਂ ਮੈਂ ਤਾਂ ਆਪਣੇ ਕਰੀਅਰ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਸਹਿਯੋਗ ਮੰਨਦਾ। ਤੋ ਮੈਂ ਤੁਸੀਂ ਸਮਝ ਲਓ ਕਿ 95 ਫਰਵਰੀ ਦੇ ਵਿੱਚ ਮੇਰੀ ਪਹਿਲੀ ਟੇਪ ਆਈ ਸੀ, ਔਰ ਫਰਵਰੀ ਦੇ ਵਿੱਚ ਅੱਜ ਮੈਂ ਪਹਿਲੀ ਵਾਰੀ ਇਹ ਗੱਲ ਤੁਹਾਡੇ ਇੰਟਰਵਿਊ 'ਚ ਹੀ ਦੱਸਣ ਜਾ ਰਿਹਾ ਕਿ ਫਰਵਰੀ 'ਚ 25 ਸਾਲ ਮੈਨੂੰ ਹੋ ਗਏ। ਹਾਂਜੀ, ਸਿਲਵਰ ਜੁਬਲੀ ਅਸੀਂ ਮਨਾ ਰਹੇ ਹਾਂ। ਸੋ ਇਹ ਛੋਟੀ ਗੱਲ ਤਾਂ ਨਹੀਂ ਹੈ ਜੇ ਤੁਸੀਂ ਔਰ ਅੱਜ ਵੀ ਮੈਨੂੰ ਅੱਜ ਦੇ ਯੰਗਸਟਰ ਵੀ ਸੁਣਦੇ ਨੇ। ਮੈਂ ਕਦੇ ਨਹੀਂ ਚਾਹਿਆ ਕਿ ਮੇਰਾ ਬਹੁਤ ਵੱਡਾ ਸਰੋਤਾ ਵਰਗ ਹੋਵੇ, ਔਰ ਬਟ ਮੈਂ ਇਹ ਚਾਹਿਆ ਕਿ ਮੈਂ ਚੰਗਾ ਗਾਵਾਂ ਔਰ ਮੈਨੂੰ ਸੁਣਨ ਵਾਲੇ ਚੰਗੇ ਹੋਣ। ਔਰ ਉਹ ਉਸੇ ਤਰ੍ਹਾਂ ਦੇ ਜਿਹੋ ਜਿਹਾ ਮੈਂ ਕਹਿਣਾ ਕਿ ਕਲਾਕਾਰ ਦੇ ਜਿਹੜੇ ਗਾਣੇ ਨੇ ਨਾ ਉਹ ਉਹਦਾ ਸ਼ੀਸ਼ਾ ਹੁੰਦੇ ਆ। ਉਹ ਤੁਹਾਡਾ ਮੂੰਹ ਦਿਖਾਉਂਦੇ ਆ ਲੋਕਾਂ ਨੂੰ ਕਿ ਇਹਦੀ ਸੋਚ ਕਿੱਦਾਂ ਦੀ ਆ, ਹੈ ਨਾ, ਇਹਦੀ ਕਿਹੋ ਜਿਹੀ ਮਤਲਬ ਬਿਰਤੀ ਦਾ ਮਾਲਕ ਆ। ਸੋ ਉਹ ਗਾਣਿਆਂ ਦੇ ਵਿੱਚ ਉਹੀ ਕੁਛ ਆਉਂਦਾ। ਔਰ ਮੈਨੂੰ ਲੱਗਦਾ ਕਿ ਮੈਂ ਤਾਂ ਮਤਲਬ ਆਪਣੀ ਲਾਈਫ 'ਚ ਇਹੀ ਦੇਖਿਆ ਕਿ ਕਿਸੇ ਵੀ ਸਿੰਗਰ ਦੇ ਗਾਣੇ ਸੁਣ ਕੇ ਮੈਂ ਚਾਹੇ ਉਹਨੂੰ ਮਿਲਿਆ ਨਾ ਹੋਵਾਂ, ਮੈਨੂੰ ਪਤਾ ਹੁੰਦਾ ਕਿ ਇਹਦੀ ਸੋਚ ਕਿਹੋ ਜਿਹੀ ਹੋਊਗੀ, ਇਹਦਾ ਸੁਭਾਅ ਕਿਹੋ ਜਿਹਾ ਹੋਊਗਾ। ਔਰ ਮੈਂ ਜਿੰਨਿਆਂ ਨੂੰ ਮਿਲਿਆ ਉਹਨਾਂ ਦੇ ਗਾਣੇ ਸੁਣ ਕੇ ਮੈਨੂੰ ਉਹ ਬੰਦੇ ਉੱਦਾਂ ਦੇ ਹੀ ਮਿਲੇ ਆ। ਸੋ ਮੈਨੂੰ ਲੱਗਦਾ ਕਿ ਜਿਹੋ ਜਿਹੇ ਤੁਹਾਡੇ ਗਾਣੇ ਹੁੰਦੇ ਆ ਉਹੋ ਜਿਹੇ ਤੁਸੀਂ ਆਪ ਹੁੰਦੇ ਹੋ, ਹੈ ਨਾ, ਉਹੋ ਜਿਹੇ ਹੀ ਤੁਹਾਨੂੰ ਸੁਣਨ ਵਾਲੇ ਹੁੰਦੇ। ਤੁਹਾਡੇ ਸਰੋਤੇ ਵੀ ਤੁਹਾਡੇ ਨਾਲ ਉੱਦਾਂ ਦੀ ਜੁੜਦੇ ਆ। ਜਿਹੜੇ ਫੁਕਰੇ ਸਿੰਗਰ ਨੇ ਫੁਕਰਬਾਜ਼ੀਆਂ ਦੀ ਗੱਲ ਕਰਨਗੇ, ਉਹਨਾਂ ਦੇ ਸੁਣਨ ਵਾਲੇ ਵੀ ਫੁਕਰੇ ਹੋਣਗੇ। ਉੱਥੇ ਤੁਹਾਨੂੰ ਉਹਨਾਂ ਦੇ ਸ਼ੋਜ਼ ਦੇ ਵਿੱਚ ਗੋਲੀਆਂ ਚੱਲਣ ਦੀਆਂ ਵੀ ਗੱਲਾਂ ਕਿਤੇ ਸੁਣ ਜਾਣਗੀਆਂ। ਤੇ ਸਾਡੇ ਤਾਂ ਇਦਾਂ ਦਾ ਕਦੇ ਨਹੀਂ ਹੋਇਆ, ਕਿਉਂਕਿ ਸਾਨੂੰ ਸੁਣਨ ਵਾਲੇ ਹੀ ਉੱਦਾਂ ਦੇ ਹੈ ਨਹੀਂਗੇ। ਉਹਨਾਂ ਦੀ ਬਿਰਤੀ ਹੋਈ ਉਹ ਹੈ ਨਹੀਂ ਕਿ ਅਸੀਂ ਹਥਿਆਰਾਂ ਦੀ ਗੱਲ ਕਰਨੀ ਆ, ਅਸੀਂ ਗੋਲੀਆਂ ਚਲਾਉਣੀਆਂ ਸ਼ੋਜ਼ ਦੇ ਵਿੱਚ ਜਾ ਕੇ। ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਚੰਗੇ ਕੰਮ ਕਰਦੇ ਹੋ, ਚੰਗੀਆਂ ਗੱਲਾਂ ਤੁਸੀਂ ਗਾਣਿਆਂ ਰਾਹੀਂ ਸੁਣਦੇ ਹੋ, ਤਾਂ ਤੁਹਾਡੇ ਨਾਲ ਚੰਗੇ ਬੰਦੇ ਜੁੜਦੇ ਆ। ਸਭ ਤੋਂ ਪਹਿਲਾਂ ਤਾਂ ਗਰੇਵਾਲ ਸਾਹਿਬ ਸਾਡੇ ਵੱਲੋਂ ਤੇ ਸਾਰੇ ਸੁਣਨ ਵਾਲੇ ਸਾਡੇ ਸਰੋਤਿਆਂ ਵੱਲੋਂ ਇਸ ਸਿਲਵਰ ਜੁਬਲੀ ਦੀ ਤੁਹਾਨੂੰ ਲੱਖ ਲੱਖ ਵਧਾਈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਮੇਰੇ ਖੈਰ ਦੋਸਤ ਪਲਾਨ ਹਲੇ ਕਰ ਹੀ ਰਹੇ ਸੀ। ਉਹ ਕਹਿੰਦੇ ਯਾਰ ਰਲ ਕੇ ਆਪਾਂ ਇੱਕ ਦਿਨ ਕੇਕ ਕੱਟ ਲਈਏ ਕਿਤੇ ਵੀ ਸਿਲਵਰ ਜੁਬਲੀ ਮਨਾ ਲਈਏ ਤੇ ਜਾਨੂੰ ਇਹ ਲੋਕਡਾਊਨ ਵਾਲਾ ਕੰਮ ਚੱਲ ਪਿਆ। ਤੋ ਪਰ ਅੱਜ ਪਹਿਲੀ ਵਾਰੀ ਇਹ ਗੱਲ ਆਪਾਂ ਸਾਂਝੀ ਕੀਤੀ ਆ। ਖੈਰ ਮੈਨੂੰ ਬੜੀ ਖੁਸ਼ੀ ਆ ਕਿ ਇਹ ਜਿਹੜੇ 25 ਸਾਲ ਇਸ ਟਾਈਮ ਦੇ ਲੰਘੇ ਆ। ਔਰ ਇੱਕ ਗੱਲ ਦਾ ਮੈਂ ਪ੍ਰਮਾਤਮਾ ਨੂੰ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਾ ਕਿ ਮੈਨੂੰ ਉਹਨੇ ਟਾਈਮ ਬਹੁਤ ਜ਼ਿਆਦਾ ਦਿੱਤਾ, ਕਿਉਂਕਿ ਮੈਂ ਜੇ 16 ਸਾਲ 'ਚ ਸਟਾਰਟ ਕਰ ਲਿਆ ਤੇ ਕਈ ਬੰਦੇ 30 ਸਾਲ ਦੇ ਹੋ ਕੇ ਉਹ ਗਾਉਣਾ ਸ਼ੁਰੂ ਕਰਦੇ ਆ। ਸੋ ਉਦੋਂ ਤੱਕ ਮੈਂ ਪਹਿਲੇ ਦਿਨ ਤੋਂ ਹੀ ਪ੍ਰਵਾਨ ਚੜ੍ਹਿਆ ਲੋਕਾਂ ਦੇ ਵਿੱਚ, ਹੈ ਨਾ। ਗੁਲਾਬੀ ਬਾਗ ਬਨ ਮਿੱਤਰਾ 96 'ਚ ਆਈ, 95 'ਚ ਪੜ੍ਹਨ ਨਾਨਕੇ ਲਾਤੀ ਆਈ, ਕਿਉਂਕਿ ਉਦੋਂ ਵੀਡੀਓ ਦਾ ਚਲੋ ਖੈਰ ਯੁੱਗ ਨਹੀਂ ਸੀ। ਉਹ ਗਾਣੇ ਆਪਣੇ ਢੰਗ ਦੇ ਨਾਲ ਹਿੱਟ ਹੁੰਦੇ ਸੀ। ਤੋਂ ਪਰ ਉਦੋਂ ਤੋਂ ਮੈਂ ਲਗਾਤਾਰ ਸ਼ੋਜ਼ ਕਰ ਰਿਹਾ ਅੱਜ ਤੱਕ। ਔਰ ਇੱਕ ਟਾਈਮ ਬਹੁਤ ਜ਼ਿਆਦਾ ਮਿਲ ਗਿਆ, ਕਿਉਂਕਿ ਜਿੰਨੀ ਦੇਰ ਨੂੰ ਲੋਕ ਗਾਉਣ ਦਾ ਹਲੇ ਸੋਚ ਰਹੇ ਹੁੰਦੇ ਆ ਕਿ ਅਸੀਂ ਸ਼ੁਰੂ ਕਰੀਏ, ਐਲਬਮ ਰਿਲੀਜ਼ ਕਰੀਏ, ਉਦੋਂ ਤੱਕ ਮੈਂ 14-15 ਸਾਲ ਦਾ ਆਪਣਾ ਕਰੀਅਰ ਹੰਢਾ ਚੁੱਕਿਆ ਸੀਗਾ। ਸੋ ਅੱਜ ਵੀ ਉਸੇ એનર્ਜੀ ਦੇ ਨਾਲ, ਉਸੇ ਪਾਵਰ ਦੇ ਨਾਲ ਹਮੇਸ਼ਾ ਲੱਗੇ ਰਹੀਦਾ ਕਿ ਜਿਹੜਾ ਵੀ ਗਾਣਾ ਆਵੇ ਉਹ ਵਧੀਆ ਹੀ ਕਰੀਏ। ਔਰ ਹਮੇਸ਼ਾ ਇਹੀ ਸੋਚ ਕੇ ਕਰੀਦਾ, ਇਹ ਮੇਰਾ ਪਹਿਲਾ ਹੀ ਹੈ। ਇੱਕ ਗਰੇਵਾਲ ਸਾਹਿਬ ਮੈਨੂੰ ਹੋਰ ਸੁਣਨ ਨੂੰ ਤੇ ਪੜ੍ਹਨ ਨੂੰ ਮਿਲਿਆ ਸੀਗਾ ਤੁਸੀਂ ਬਹੁਤ ਵੱਡੇ ਐਨੀਮਲ ਲਵਰ ਵੀ ਹੋ, ਹਾਰਸ ਫਾਰਮਸ ਵੀ ਆ ਤੇ ਕਬੂਤਰ ਵੀ ਪਾਲੇ ਹੋਏ ਆ। ਇਹ ਸ਼ੌਕ ਹੈ, ਇਹ ਸ਼ੌਕ ਆਪਾਂ ਕਦੋਂ ਤੋਂ ਪਾਲਿਆ? ਐਨੀਮਲਸ ਦਾ ਸ਼ੌਕ ਐਕਚੁਅਲੀ ਬਚਪਨ ਤੋਂ ਹੀ ਆ ਜੀ। ਔਰ ਮੈਨੂੰ ਲੱਗਦਾ ਇਹ ਤੁਹਾਡੀ ਨੇਚਰ ਦੇ ਵਿੱਚ ਹੁੰਦਾ, ਤੁਹਾਡੇ ਸੁਭਾਅ 'ਚ ਹੁੰਦਾ ਕਿ ਕੁਝ ਕੁ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੇ ਉੱਤੋਂ ਖਿੱਚ ਚੜ੍ਹਦੀ ਆ, ਹੈ ਨਾ, ਉਹਨਾਂ ਨੂੰ ਸਮੈਲ ਆਉਂਦੀ ਆ ਐਨੀਮਲਸ ਤੋਂ ਜਾਂ ਮੁਸ਼ਕ ਆਉਂਦਾ। ਸੋ ਕੁਝ ਕੁ ਲੋਕ ਉਸੇ ਸਮੈਲ ਨੂੰ ਇੰਜੋਏ ਕਰਦੇ ਆ, ਉਹਨਾਂ ਨੂੰ ਚੰਗਾ ਲੱਗਦਾ। ਸੋ ਮੈਂ ਉਹਨਾਂ 'ਚੋਂ ਆ ਜਿਨ੍ਹਾਂ ਨੂੰ ਉਹ ਮੁਸ਼ਕ ਨਹੀਂ ਲੱਗਦਾ, ਔਰ ਬਲਕਿ ਮੈਂ ਆਪਣੇ ਆਪ ਨੂੰ ਬੜਾ ਰਿਲੈਕਸ ਮਹਿਸੂਸ ਕਰਦਾ ਐਨੀਮਲਸ, ਬਰਡਸ ਦੇ ਵਿੱਚ ਜਾ ਕੇ। ਸੋ ਸ਼ੁਰੂ ਤੋਂ ਹੀ ਬੜਾ ਸ਼ੌਕ ਰਿਹਾ। ਸ਼ੁਰੂ 'ਚ ਮਤਲਬ ਬਚਪਨ 'ਚ ਜਦੋਂ ਚੌਥੀ ਪੰਜਵੀਂ 'ਚ ਪੜ੍ਹਦੇ ਸੀ, ਉਦੋਂ ਕਬੂਤਰਾਂ ਪਿੱਛੇ ਬੜੀ ਕੁੱਟ ਖਾਧੀ ਘਰਦਿਆਂ ਤੋਂ, ਹੈ ਨਾ, ਕਿਉਂਕਿ ਉਦੋਂ ਬੈਲ ਸਮਝਿਆ ਜਾਂਦਾ ਸੀ ਇੱਕ ਕਿ ਜਿਹੜੇ ਕਬੂਤਰ ਰੱਖਦੇ ਆ ਉਹ ਮਤਲਬ ਸਹੀ ਮੁੰਡੇ ਨਹੀਂ ਹੁੰਦੇ, ਵਿਗੜੇ ਹੋਏ ਮੁੰਡੇ ਉਹਨਾਂ ਨੂੰ ਕਿਹਾ ਜਾਂਦਾ ਸੀ। ਉਹ ਇਕੱਲੇ ਕਬੂਤਰਾਂ ਨੂੰ ਲੈ ਕੇ ਨਹੀਂ ਕਹਿ ਸਕਦੇ। ਮੈਨੂੰ ਹਾਰਸ ਬਹੁਤ ਪਸੰਦ ਆ। ਖੈਰ ਬਾਅਦ 'ਚ ਜਦੋਂ ਫਿਰ, ਕਿਉਂਕਿ ਹਾਰਸ ਥੋੜ੍ਹਾ ਜਿਹਾ ਮਹਿੰਗਾ ਸ਼ੌਕ ਆ, ਤੇ ਜਦੋਂ ਫਿਰ ਮਾਲਕ ਨੇ ਉਨੇ ਜੋਗੇ ਕਰਤੇ, ਪੈਸੇ ਪੂਸੇ ਆ ਗਏ ਚੰਗੇ, ਤਾਂ ਫਿਰ ਮੈਂ ਸਭ ਤੋਂ ਪਹਿਲੀ ਘੋੜੀ ਖਰੀਦੀ 98-99 'ਚ। ਸੋ ਉਦੋਂ ਤੋਂ ਬਾਅਦ 'ਚ ਫਿਰ ਘੋੜੇ ਵੀ ਰੱਖੇ ਆ ਔਰ ਹਾਰਸ ਰਾਈਡਿੰਗ ਸਿੱਖੀ ਇੱਦਾਂ ਹੀ ਡਿੱਗ ਕੇ। ਤੋ ਪਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਤੁਹਾਨੂੰ ਬਹੁਤ ਰਿਲੈਕਸ ਕਰਦੀਆਂ ਨੇ। ਮੈਂ ਜਿਹੜਾ ਮੇਰਾ ਵਿਹਲਾ ਟਾਈਮ ਹੁੰਦਾ, ਔਰ ਮੈਨੂੰ ਕੋਈ ਸ਼ੌਕ ਨਹੀਂ ਕਿ ਮੈਂ ਕਿਸੇ 5 ਸਟਾਰ ਹੋਟਲ 'ਚ ਜਾ ਕੇ ਬੈਠਾ, ਮੈਂ ਚੰਗਾ ਖਾਣਾ ਉੱਥੇ ਮਹਿੰਗਾ ਖਾਣਾ ਖਾਵਾਂ। ਸੋ ਮੈਨੂੰ ਸ਼ੌਕ ਇਹੀ ਆ ਕਿ ਮੇਰਾ ਜਿਹੜਾ ਟਾਈਮ ਆ ਉਹ ਇਹਨਾਂ ਜਿਹੜਾ
ਕੁਦਰਤ ਦੇ ਨੇੜੇ ਰਹਿ ਕੇ ਨਿਕਲੇ, ਖੇਤਾਂ ਦੇ ਵਿੱਚ ਘੁੰਮਣਾ ਔਰ ਇਹਨਾਂ ਜਾਨਵਰਾਂ ਦੇ ਨੇੜੇ ਰਹਿਣਾ। ਸੋ ਉਹ ਮੈਂ ਦੁਬਾਰਾ ਰੀਚਾਰਜ ਹੋ ਜਾਂਦਾ ਇੱਕ ਵਾਰੀ ਇਹਨਾਂ ਦੇ ਵਿੱਚ ਜਾ ਕੇ। ਤੁਹਾਨੂੰ ਕਾਫੀ ਲੋਕੀ ਆਪਣੀ ਇਨਸਪੀਰੇਸ਼ਨ ਮੰਨਦੇ ਆ, ਤੇ ਤੁਸੀਂ ਕਿਹਨੂੰ ਆਪਣੀ ਇਨਸਪੀਰੇਸ਼ਨ ਮੰਨਦੇ ਹੋ ਇਸ ਇੰਡਸਟਰੀ 'ਚ? ਮੈਂ ਤਾਂ ਐਕਚੁਅਲੀ ਜੇ ਸਹੀ ਗੱਲ ਕਰਾਂ ਤਾਂ ਮੈਂ ਜਗਦੇਵ ਸਿੰਘ ਜੱਸੋਵਾਲ ਸਾਹਿਬ, ਜਿਹੜੇ ਉਹ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਮਤਲਬ ਬੜੀ ਸੁਲਝੀ ਹੋਈ ਸ਼ਖਸੀਅਤ ਸੀ, ਔਰ ਮੈਂ ਬੜੀ ਸੰਗਤ ਉਹਨਾਂ ਦੀ ਕੀਤੀ ਆ ਤਕਰੀਬਨ 93 94 ਤੋਂ ਲੈ ਕੇ, ਹੈ ਨਾ। ਮੈਂ ਉਹਨਾਂ ਦੇ ਨਾਲ ਕਿੰਨੇ ਸਾਲ ਗੁਜ਼ਾਰੇ ਆ, 10 15 ਸਾਲ। ਸੋ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਲੋਕ ਜਿਹੜਾ ਕੁਝ ਕਿਤਾਬਾਂ ਪੜ੍ਹ ਕੇ ਸਿੱਖਦੇ ਆ, ਹੈ ਨਾ। ਤੋ ਚਲੋ ਮੈਨੂੰ ਪੜ੍ਹਨ ਦਾ ਵੀ ਸ਼ੌਕ ਆ, ਪਰ ਇੱਕ ਬੰਦੇ ਨੇ, ਉਹਨਾਂ ਨੇ ਕਿਤਾਬਾਂ ਵੀ ਇੰਨੀਆਂ ਪੜ੍ਹੀਆਂ ਹੋਈਆਂ ਸੀ ਕਿ ਉਹਨਾਂ ਕੋਲੇ ਨਿਚੋੜ ਸੀਗਾ ਉਹਨਾਂ ਗੱਲਾਂ ਦਾ। ਸੋ ਉਸ ਚੀਜ਼ ਨੇ ਮੈਨੂੰ ਇੰਨਾ ਜ਼ਿਆਦਾ ਮੈਚਿਓਰ ਜਾਂ ਸਿਆਣਾ, ਉਸ ਹਿਸਾਬ ਨਾਲ ਮੇਰੇ ਖਿਆਲ ਮੇਰੇ ਦੇ ਉੱਪਰ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਆ, ਔਰ ਉਹਨਾਂ ਨੇ ਮੇਰੀ ਸਪੋਰਟ ਵੀ ਬਹੁਤ ਕੀਤੀ ਸ਼ੁਰੂ ਦੇ ਵਿੱਚ। ਔਰ ਬਾਕੀ ਜੇ ਇਸ ਲਾਈਨ ਦੀ ਗੱਲ ਕਰੀਏ, ਜੇ ਸਿੰਗਿੰਗ ਦੀ ਗੱਲ ਕਰੀਏ, ਤਾਂ ਮੈਂ ਸ਼ਖਸੀਅਤ ਦੀ ਗੱਲ ਕਰਾਂ ਤਾਂ ਮੇਰੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਆ। ਤੇ ਸਿੰਗਿੰਗ ਮੈਂ ਆਪਣੇ ਟਾਈਮ ਤੋਂ, ਉਦੋਂ ਜਦੋਂ ਸ਼ੁਰੂ 'ਚ ਗਾਉਣਾ ਸ਼ੁਰੂ ਕੀਤਾ, ਉਦੋਂ ਮਾਨਕ ਸਾਹਿਬ ਦੇ ਗਾਣੇ ਬੜੇ ਗਾਏ ਆ। ਮੈਨੂੰ ਸੁਰਿੰਦਰ ਕੌਰ ਹੋਰੀ ਬਹੁਤ ਚੰਗੇ ਲੱਗਦੇ ਆ, ਉਹਨਾਂ ਦੇ ਗਾਣੇ ਮੈਂ ਬਹੁਤ ਗੁਣਗੁਣਾਉਣਾ, ਔਰ ਮੈਨੂੰ ਲੱਗਦਾ ਕਿ ਉਨੀ ਮਿੱਠੀ ਆਵਾਜ਼ ਮੈਂ ਬਹੁਤ ਘੱਟ ਨਹੀਂ ਮਤਲਬ ਸੁਣੀ ਹੋਰ ਕਿਤੇ। ਔਰ ਉਹ ਮੈਨੂੰ ਅੱਜ ਵੀ ਸਕੂਨ ਦਿੰਦੇ ਆ, ਮੇਰੀ ਗੱਡੀ ਦੇ ਵਿੱਚ ਹਮੇਸ਼ਾ ਹੀ ਵੱਜਦੇ ਰਹਿੰਦੇ ਆ। ਸੋ ਅੱਜ ਕੱਲ੍ਹ ਦਾ ਸੰਗੀਤ ਥੋੜ੍ਹਾ ਜਿਹਾ ਜ਼ਿਆਦਾ ਸ਼ੋਰ ਵਾਲਾ ਹੋ ਗਿਆ, ਤੇ ਉਹ ਮੈਂ ਥੋੜ੍ਹਾ ਘੱਟ ਸੁਣਦਾ। ਸੋ ਮੈਨੂੰ ਪੁਰਾਣੇ ਡਿਊਟ ਸੌਂਗ, ਮੁਹੰਮਦ ਸਦੀਕ ਸਾਹਿਬ, ਹਰਚਰਨ ਗਰੇਵਾਲ, ਦਿਦਾਰ ਸੰਧੂ ਹੋਰਾਂ ਦੇ ਗਾਣੇ ਮੈਨੂੰ ਬੜੇ ਚੰਗੇ ਲੱਗਦੇ ਆ। ਸੋ ਇਹ ਗਾਣੇ ਮੈਨੂੰ ਜ਼ਿਆਦਾ ਅਟਰੈਕਟ ਕਰਦੇ ਆ। ਮੈਂ ਨੋਰਮਲੀ ਗਰੇਵਾਲ ਸਾਹਿਬ, ਕਿਸੇ ਸਿੰਗਰ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ, ਉੱਦਾਂ ਹੀ ਗੀਤਕਾਰ ਨੂੰ ਆਪਣੇ ਸਾਰੇ ਗੀਤ ਬੜੇ ਪਿਆਰੇ ਹੁੰਦੇ ਆ। ਬਟ ਜੇ ਅੱਜ ਮੈਂ ਰਿਕੁਐਸਟ ਕਰਨੀ ਹੋਵੇ 4 ਲਾਈਨਾਂ ਆਪਣੇ ਦਿਲ ਦੇ ਕਰੀਬ ਕਿਸੇ ਇੱਕ ਗਾਣੇ ਦੀ ਸੁਣਾਉਣ ਦੀ, ਤੇ ਕਿਹੜੀਆਂ 4 ਲਾਈਨਾਂ ਸੁਣਾਓਗੇ? ਗਾਣੇ ਐਕਚੁਅਲੀ ਕਈ ਨੇ ਜਿਹੜੇ ਮੈਨੂੰ, ਖੈਰ ਮੈਂ ਜੇ ਆਪਣੀ ਪਰਸਨਲ ਪਸੰਦ ਦੀ ਗੱਲ ਕਰਾਂ ਤਾਂ ਜਿਹੜੇ ਗਾਣੇ ਲੋਕਾਂ ਦੇ, ਵੈਸੇ ਤਾਂ ਮੈਂ ਗਾਉਣਾ ਹੀ ਉੱਦਾਂ ਦੇ ਆ ਜਿਹੜੇ ਥੋੜ੍ਹਾ ਜਿਹਾ ਸੱਚਾਈ ਦੇ ਨੇੜੇ ਹੋਣ, ਹੈ ਨਾ। ਕਦੇ ਵੱਡੀਆਂ ਗੱਲਾਂ ਫੁਕਰੀਆਂ ਉਹੋ ਜਿਹੀਆਂ ਆਪਾਂ ਗੀਤਾਂ 'ਚ ਨਹੀਂ ਮਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਨਹੀਂ ਹੋ ਸਕਦੀਆਂ ਵੈਸੇ। ਸੋ ਪਰ ਫਿਰ ਵੀ ਉਹਨਾਂ ਦੇ ਵਿੱਚੋਂ, ਜਿਵੇਂ ਤੁਸੀਂ ਗੱਲ ਕੀਤੀ ਵੀ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ, ਸੋ ਤੇ ਉਹਦੇ ਵਿੱਚੋਂ ਫਿਰ ਜਿਹੜਾ ਕੋਈ ਥੋੜਾ ਜਿਹਾ ਜ਼ਿਆਦਾ ਉਹਦੀ ਕਹਿਣਾ ਜ਼ਿਆਦਾ ਮੰਨਦਾ, ਜਾਂ ਲੋਕ ਜਿਹਦੀ ਤਾਰੀਫ ਵੱਧ ਕਰਦੇ ਹਨ, ਉਹਨੂੰ ਆਟੋਮੈਟਿਕਲੀ ਉਹ ਜ਼ਿਆਦਾ ਚੰਗਾ ਲੱਗਣ ਲੱਗ ਜਾਂਦਾ, ਹਨਾ, ਵੀ ਇਹਦੀਆਂ ਤਾਰੀਫਾਂ ਬਹੁਤ ਹੁੰਦੀਆਂ ਨੇ ਲੋਕਾਂ ਦੇ। ਸੋ ਇਸ ਕਰਕੇ ਜਦੋਂ ਕੁਝ ਗਾਣਾ ਕੋਈ ਪ੍ਰਵਾਨ ਚੜ੍ਹ ਜਾਂਦਾ, ਹਨਾ, ਜਿਹਨੂੰ ਲੋਕ ਵੀ ਪਸੰਦ ਕਰਦੇ ਆ, ਸੋ ਉਹ ਤੁਹਾਡੇ ਦਿਲ ਦੇ ਬਹੁਤ ਨੇੜੇ ਹੋ ਜਾਂਦਾ। ਪਰ ਮੇਰੇ ਇੱਦਾਂ ਦੇ ਵੀ ਬਹੁਤ ਗਾਣੇ ਨੇ, ਤੇ ਉਹਨਾਂ ਦੇ ਵਿੱਚੋਂ ਸਿਲੈਕਟ ਕਰਨਾ, ਪਰ ਮੈਨੂੰ ਲੱਗਦਾ ਅੱਜ ਦੇ ਦੌਰ ਦੇ ਵਿੱਚ, ਤੇ ਜੇ ਕੋਈ ਗਾਣਾ ਮੈਂ ਜਿਹੜੇ ਮੇਰੇ ਦਿਲ ਦੇ ਨੇੜੇ ਨੇ ਉਹਨਾਂ 'ਚੋਂ ਜੇ ਗੁਣਗੁਣਾਉਣਾ ਹੋਵੇ ਤਾਂ ਉਹ ਦਿਨ ਗਾਣਾ ਇੱਕ ਮੇਰਾ ਹੈਗਾ। ਤੋ ਉਹਦੀਆਂ ਮੈਂ ਲਾਈਨਾਂ ਤੁਹਾਨੂੰ ਸੁਣਾ ਦਿੰਦਾ ਕਿ ਛੱਡ ਦਿਲਾਂ ਚੁੱਪ ਕਰ, ਪੂੰਝ ਵੀ ਲੈ ਅੱਖੀਆਂ, ਆਖਦੇ ਸਿਆਣੇ ਗੱਲਾਂ 16 ਨੇ ਸੱਚੀਆਂ, ਤੇਰੇ ਨਾਲ ਕਰ ਗਏ ਜੋ, ਤੇਰੇ ਨਾਲ ਕਰ ਗਏ ਜੋ, ਆਪੇ ਉਹ ਵੀ ਸਹਿਣਗੇ, ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਹੋ ਰਹਿਣਗੇ, ਜੇ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਹੋ ਰਹਿਣਗੇ। ਰਵਿੰਦਰ ਜੀ, ਇਹ ਤਾਂ ਗਾਣਾ ਤੁਸੀਂ ਪੂਰਾ ਕੋਰੋਨਾ ਵਾਇਰਸ ਦੇ ਉੱਤੇ ਹੀ ਹੋ ਗਿਆ। ਮੈਂ ਬਿਲਕੁਲ ਉਹੀ ਗੱਲ ਕਰਦਾ ਵੀ ਇਸ ਟਾਈਮ ਤੇ ਇਹ ਜ਼ਿਆਦਾ ਢੁੱਕ ਰਿਹਾ। ਬਾਕੀ ਗਾਣੇ ਮੈਨੂੰ ਹੋਰ ਵੀ ਮੇਰੇ ਕਈ ਨੇ ਜਿਹੜੇ ਮੇਰੇ ਦਿਲ ਦੇ ਬਹੁਤ ਨੇੜੇ। ਲੇਕਿਨ ਅਸੀਂ ਕਿੱਦਾਂ ਹੁਣ ਟੇਢੀ ਪੱਗ ਵਾਲਿਆ ਤੇ ਐਵੇਂ ਰੌਲਾ ਪੈ ਗਿਆ, ਉਹਦੇ ਬਾਰੇ ਉਹਦਾ ਵੀ 2 ਸ਼ਬਦ ਜ਼ਰੂਰ ਸੁਣਾਂਗੇ। ਜੀ ਉਹ ਥੋੜਾ ਜਿਹਾ ਲੱਗ ਰਿਹਾ ਕਿ ਹੁਣ ਵੈਸੇ ਵੀ ਲੋਕ ਉਦਾਸ ਹੋਏ ਬੈਠੇ ਆ ਆਪਣੇ ਘਰਾਂ 'ਚ, ਕਿਉਂਕਿ ਜਿਹੜਾ ਬੰਦਾ ਉਹ ਇੱਕ ਸੋਸ਼ਲ ਐਨੀਮਲ ਆ, ਉਹਨੂੰ ਘਰ ਦੇ ਵਿੱਚ ਕੈਦ ਕਰਕੇ ਰੱਖਣਾ ਬਹੁਤ ਔਖਾ। ਜਿੰਨਾ ਚਿਰ 4 ਬੰਦਿਆਂ ਨੂੰ ਮਿਲ ਨਾ ਲਵੇ, ਆਪਣੇ ਦਿਲ ਦੀ ਭੜਾਸ ਨਾ ਕੱਢ ਲਵੇ, ਤੇ ਸਾਡੀਆਂ ਜਿਹੜੀਆਂ ਲੇਡੀਜ਼ ਨੇ ਘਰਾਂ ਦੀਆਂ, ਉਹ ਚੁਗਲੀਆਂ ਚਗਲੀਆਂ ਨਾ ਕਰ ਲੈਣ ਇੱਧਰ ਉੱਧਰ, ਸੋ ਉਹਨਾਂ ਦਾ ਢਿੱਡ ਹੌਲਾ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਇਹਨਾਂ ਦਿਨਾਂ 'ਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੋਈ ਆ, ਹੈ ਨਾ, ਤਾਂ ਕਿ ਆਪਣੇ ਘਰ ਦੇ ਵਿੱਚ ਰਹਿਣਾ। ਪਰ ਇਹ ਚੀਜ਼ਾਂ ਤੁਹਾਨੂੰ ਸਿਖਾ ਵੀ ਬਹੁਤ ਕੁਛ ਰਹੀਆਂ ਨੇ। ਸੋ ਤੁਸੀਂ ਟੇਢੀ ਪੱਗ ਦੀ ਗੱਲ ਕੀਤੀ ਹੈ,
ਤੇ ਢੋਲ ਦੇ ਡਗੇ ਤੇ ਹਾਂਜੀ। ਜਦੋਂ ਪੈਂਦਾ ਭੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ ਓਏ ਇੱਧਰ ਆ ਦਿਲਦਾਰਾ ਇੱਧਰ ਆ ਦਿਲਦਾਰਾ ਟੇਢੀ ਪੱਗ ਵਾਲਿਆ ਟੇਢੀ ਪੱਗ ਵਾਲਿਆ ਆ ਜਾ ਮਾਰ ਮੁੰਡਿਆ ਲਲਕਾਰਾ ਟੇਢੀ ਪੱਗ ਵਾਲਿਆ ਟੇਢੀ ਪੱਗ ਵਾਲਿਆ ਅਸ਼ਕੇ ਕਿਆ ਬਾਤ। ਅਸ਼ਕੇ ਕੀ ਬਾਤ ਹੈ ਕੀ ਬਾਤ ਹੈ। ਗਰੇਵਾਲ ਸਾਹਿਬ ਜ਼ਿੰਦਗੀ 'ਚ ਕਦੀ ਕਿਸੇ ਚੀਜ਼ ਤੋਂ ਡਰ ਲੱਗਿਆ? ਡਰ ਤਾਂ ਮੈਂ ਐਕਚੁਅਲੀ ਅਗਰ ਤੁਹਾਨੂੰ ਸਹੀ ਦੱਸਾਂ ਤਾਂ ਮੈਨੂੰ ਅੱਜ ਵੀ ਜਦੋਂ ਮੈਂ ਕੋਈ ਨਵਾਂ ਗਾਣਾ ਰਿਲੀਜ਼ ਕਰਦਾ ਕੋਈ ਨਵੀਂ ਫਿਲਮ ਰਿਲੀਜ਼ ਕਰਦਾ ਉਹਦੇ ਤੋਂ ਪਹਿਲਾਂ ਦੇ ਜਿਹੜੇ 3-4 ਦਿਨ ਹੁੰਦੇ ਆ ਡਰ ਹਮੇਸ਼ਾ ਮੈਨੂੰ ਉਦੋਂ ਹੀ ਲੱਗਦਾ ਹਨਾ ਕਿ ਇਹਦਾ ਬਣੂਗੀ ਹਨਾ ਇਹਨੂੰ ਲੋਕ ਚੰਗਾ ਇਹਦਾ ਰਿਸਪੌਂਸ ਵਧੀਆ ਚਲੇ ਜਾਵੇ ਜਿਵੇਂ ਇੱਕ ਰਿਜ਼ਲਟ ਦੇ ਟਾਈਮ ਤੇ ਕਿਸੇ ਸਟੂਡੈਂਟ ਨੂੰ ਡਰ ਲੱਗਦਾ ਹੁੰਦਾ ਨਾ ਪੇਪਰਾਂ ਤੋਂ ਬਾਅਦ 'ਚ। ਸੋ ਉਹੋ ਜਿਹਾ ਡਰ ਮੈਂ ਮਹਿਸੂਸ ਕਰਦਾ ਹਮੇਸ਼ਾ ਹੀ ਔਰ ਮੈਨੂੰ ਲੱਗਦਾ ਇਹ ਲੱਗਣਾ ਵੀ ਚਾਹੀਦਾ ਕਿ ਜੇ ਤੁਸੀਂ ਡਰਦੇ ਹੋ ਹਨਾ ਔਰ ਤੁਸੀਂ ਕੋਈ ਓਵਰ ਕੌਨਫੀਡੈਂਟ ਨਹੀਂ ਹੈਗੇ ਕਿ ਮੈਂ ਤਾਂ ਜੋ ਵੀ ਕਰੂੰਗਾ ਉਹਨੂੰ ਹੀ ਲੋਕਾਂ ਨੇ ਵਧੀਆ ਸੁਣ ਲੈਣਾ ਮੇਰਾ ਤਾਂ ਸਾਰਾ ਕੁਝ ਹੀ ਚੱਲੂ ਤੇ ਫਿਰ ਤੁਸੀਂ ਤੁਹਾਡੇ 'ਚ ਖੜੋਤ ਆ ਜਾਂਦੀ ਹੈ ਕਿਤੇ ਨਾ ਕਿਤੇ ਤੁਹਾਡੀ ਕ੍ਰੀਏਟੀਵਿਟੀ ਮਰ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਜੇ ਇਹ ਡਰ ਦੇ ਨਾਲ ਤੁਸੀਂ ਚੱਲਦੇ ਹੋ ਔਰ ਮੈਨੂੰ ਅੱਜ ਵੀ ਹਮੇਸ਼ਾ ਇਹੀ ਲੱਗਦਾ ਹੁੰਦਾ ਕਿ ਜਿਵੇਂ ਮੇਰੀ ਪਹਿਲੀ ਐਲਬਮ ਆ ਜਾਂ ਪਹਿਲੀ ਫਿਲਮ ਆ ਔਰ ਇਹ ਰਿਲੀਜ਼ ਹੋਣੀ ਆ ਤਾਂ ਲੋਕਾਂ ਦੇ ਰਿਐਕਸ਼ਨ ਕੀ ਹੋਣੇ ਨੇ ਜੇ ਮੈਂ ਐਕਟਿੰਗ ਕੀਤੀ ਆ ਤਾਂ ਲੋਕ ਇਹਦੇ ਬਾਰੇ ਕੀ ਕਹਿਣਗੇ ਜੇ ਮੈਂ ਗਾਣਾ ਕੱਢਿਆ ਤਾਂ ਇਹਨੂੰ ਲੋਕ ਇਹਦੇ ਬੋਲਾਂ ਬਾਰੇ ਕੀ ਕਹਿਣਗੇ ਤੇ ਇਹਦੇ ਚੰਗੀ ਖਬਰਾਂ ਚਾਰੇ ਪਾਸਿਓਂ ਇਹਦੀਆਂ ਆਉਣ। ਸੋ ਇਹ ਮੈਂ ਉਮੀਦ ਕਰਦਾ ਹੁੰਦਾ। ਸੋ ਡਰ ਹਮੇਸ਼ਾ ਉਦੋਂ ਲੱਗਦਾ ਬਾਕੀ ਜਿਹੜੀਆਂ ਹੋਰ ਗੱਲਾਂ ਨੇ ਉਹਨਾਂ ਤੋਂ ਮੈਂ ਨਹੀਂ ਡਰਦਾ ਕਿਉਂਕਿ ਇਹ ਲਾਈਫ ਆ ਇਹਦੇ ਵਿੱਚ ਉਤਰਾ ਚੜਾਅ ਹਾਲਾਂਕਿ ਮੈਂ ਡਰਦਾ ਗਾਣਾ ਫਲੋਪ ਹੋਣ ਤੋਂ ਵੀ ਨਹੀਂ ਕਿਉਂਕਿ ਇਹ ਵੀ ਮੈਨੂੰ ਪਤਾ ਕਿ ਸਾਰੇ ਹਿੱਟ ਨਹੀਂ ਹੋਣੇ ਹੁੰਦੇ ਸਾਰੇ ਫਲੋਪ ਨਹੀਂ ਹੋਣੇ ਹੁੰਦੇ ਪਰ ਇੱਕ ਮੈਨੂੰ ਹੁੰਦਾ ਉਹਨਾਂ ਦਿਨਾਂ 'ਚ ਇੱਕ ਥੋੜਾ ਚਿੱਤ ਘੁੰਮਾਉਂ ਜਿਹਾ ਕਿ ਯਾਰ ਇਹਦਾ ਕੀ ਬਣਨਾ ਕਾਮੋ ਜੇ ਤੇ ਰਾਈਟ ਵਰਡ ਨਾ ਐਵੇਂ ਰੋਲਾ ਪੈ ਗਿਆ ਕਿਉਂਕਿ ਬਹੁਤ ਜ਼ਿਆਦਾ ਸੁਪਰ ਡੁਪਰ ਹਿੱਟ ਰਿਹਾ ਆ ਉਹਦੇ ਬਾਰੇ ਦੱਸੋਗੇ ਉਹ ਜਦ ਤੁਹਾਡੀ ਲਾਈਫ 'ਚ ਆਇਆ ਤੇ ਹਰ ਜਗ੍ਹਾ ਹੀ ਤੁਹਾਡੀ ਇੱਕ ਚੀਜ਼ ਸੀਗੀ ਤੁਹਾਨੂੰ ਆਉਂਦੇ ਜਾਂਦੇ ਵੀ ਲੋਕੀ ਇਹੀ ਕਹਿੰਦੇ ਸੀ ਐਵੇਂ ਰੋਲਾ ਪੈ ਗਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ? ਜੀ ਰੌਲਾ ਪੈ ਗਿਆ ਕਿਉਂਕਿ ਉਦੋਂ ਹਲੇ ਜਿਹੜੀਆਂ ਵੀਡੀਓਜ਼ ਦਾ ਯੁੱਗ ਸੀਗਾ ਉਹ ਸ਼ੁਰੂ ਹੀ ਹੋਇਆ ਸੀ ਇਹ 2000 ਤੇ ਜਾਂ 2001 ਦਾ ਆਈ ਥਿੰਕ ਸੌਂਗ ਹੈਗਾ। ਉਹਦੇ ਤੋਂ ਪਹਿਲਾਂ ਚੈਨਲ ਇੰਨੀ ਸੀਗੇ ਇੰਨੇ ਜ਼ਿਆਦਾ ਦੂਰਦਰਸ਼ਨ ਜਲੰਧਰ ਸੀਗਾ ਤੋ ਉਹਦੇ 'ਤੇ ਹੀ ਸਾਰੇ ਗਾਣੇ ਆਉਂਦੇ ਹੁੰਦੇ ਸੀ ਜਾਂ ਅਖਬਾਰਾਂ ਦੇ ਵਿੱਚ ਐਡ ਆਉਂਦੀ ਸੀ ਹਨਾ ਐਲਬਮ ਦਾ ਉੱਥੋਂ ਹੀ ਲੋਕਾਂ ਦੇ ਵਿੱਚ ਪਤਾ ਚੱਲਦਾ ਸੀ ਔਰ ਇਹਦੇ ਤੋਂ ਮੇਰਾ ਖਿਆਲ ਸਾਲ ਡੇਢ ਸਾਲ ਪਹਿਲਾਂ ਹੀ ਹਲੇ ਸੀਡੀਜ਼ ਦਾ ਯੁੱਗ ਆਇਆ ਸੀ ਸੀਡੀਆਂ ਵੀ ਉਦੋਂ ਹੀ ਸਟਾਰਟ ਹੋਈਆਂ ਸਾਲ 2 ਸਾਲ ਦਾ ਹੀ ਫਰਕ ਨਾਲ। ਸੋ ਉਦੋਂ ਬੜਾ ਕੁਝ ਚੇਂਜ ਹੋਇਆ ਸੋ ਰੌਲਾ ਪੈ ਗਿਆ ਪਹਿਲਾ ਗਾਣਾ ਸੀਗਾ ਔਰ ਮੇਰਾ ਖਿਆਲ ਪੰਜਾਬ ਦੇ ਵਿੱਚੋਂ ਵੀ ਸ਼ਾਇਦ ਇਹ ਇੱਕ ਅੱਧਾ ਗਾਣਾ ਕੋਈ ਪਹਿਲਾਂ ਹੋਵੇ ਭਾਵੇਂ ਮੈਨੂੰ ਧਿਆਨ 'ਚ ਨਹੀਂ ਹੈ ਕਿ ਜਿਹੜਾ ਬੰਬੇ ਜਾ ਕੇ ਸ਼ੂਟ ਹੋਇਆ ਹੋਵੇ ਹਨਾ ਤੋ ਇਹ ਬੰਬੇ ਦੇ ਵਿੱਚ ਜਾ ਕੇ ਇਹ ਗਾਣਾ ਸ਼ੂਟ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ। ਸੋ ਉਦੋਂ ਹੀ ਇਹ ਕੰਮ ਹਲੇ ਸ਼ੁਰੂ ਹੋਇਆ ਸੀ ਸ਼ੂਟਿੰਗ ਦਾ ਜਾਂ ਵੀਡੀਓ ਬਣਨੇ ਸਟਾਰਟ ਹੋਏ ਸੀਗੇ। ਸੋ ਇਹ ਗਾਣਾ ਵੈਸੇ ਮੈਂ ਅਗਰ ਯਾਦ ਕਰਾਂ ਤਾਂ ਮੇਰੇ ਕੋਲੇ ਤਕਰੀਬਨ 2-3 ਸਾਲ ਪਹਿਲਾਂ ਦਾ ਪਿਆ ਹੈ ਨਾ ਇਹ ਸਾਡੇ ਪਿੰਡ ਦਾ ਹੀ ਮੁੰਡਾ ਸੋਨੀ ਗੁੱਜਰਵਾਲ ਮੇਰੇ ਨਾਲ ਹੀ ਉਹ ਪੜ੍ਹਿਆ ਸੋ ਉਹਨੇ ਇਹ ਗਾਣਾ ਲਿਖਿਆ ਸੀ। ਸੋ ਉਹ ਮੈਨੂੰ ਇੱਦਾਂ ਹੀ ਫੜਾ ਕੇ ਗਿਆ ਘਰੇ ਤੇ ਮੈਨੂੰ ਕਹਿੰਦਾ ਵੀ ਆਹ ਬਾਈ ਇੱਕ ਗੀਤ ਦੇਖ ਲਿਓ ਤੁਸੀਂ ਤੇ ਮੇਰੇ ਕੋਲੇ ਲਿਖਿਆ ਪਿਆ ਉਹ ਪਾਟੇ ਜਿਹੇ ਕਾਗਜ਼ ਤੇ ਲਿਖਿਆ ਸੀ। ਕਹਿੰਦਾ ਵੈਸੇ ਮੈਂ ਦੋ ਤਿੰਨ ਸਿੰਗਰਾਂ ਨੂੰ ਦਿਖਾਇਆ ਤੇ ਉਹ ਮੈਨੂੰ ਕਹਿੰਦੇ ਜੀ ਇਹ ਤਾਂ ਕਮੇਡੀਅਨਾਂ ਦੇ ਗਾਉਣ ਵਾਲਾ ਗਾਣਾ ਵਾ ਵੀ ਇਹ ਸਿੰਗਰਾਂ ਦੇ ਗਾਉਣ ਵਾਲਾ ਵੀ ਪੰਜਾਬੀ ਸਿੰਗਰ ਨਹੀਂ ਗਾ ਸਕਦੇ ਇਹਨੂੰ। ਤੋ ਹੁਣ ਗਾਣਾ ਮੈਂ ਪੜ੍ਹਿਆ ਕਿਉਂਕਿ ਉਹਨੇ ਗੱਲ ਵੀ ਆਪ ਹੀ ਮੈਨੂੰ ਦੱਸਤੀ ਕਿਉਂਕਿ ਜਦੋਂ ਕੋਈ ਬੰਦਾ ਤੁਹਾਨੂੰ ਨਾਲ ਉਹਦਾ ਹੈ ਨਾ ਐਕਸਪਲੇਨ ਵੀ ਕਰ ਜਵੇ ਤਾਂ ਉਹ ਤੁਹਾਡੇ ਦਿਮਾਗ 'ਚ ਵੀ ਵੜ ਜਾਂਦੀ ਹੈ ਗੱਲ। ਸੋ ਮੈਂ ਪੜ੍ਹਿਆ ਤੇ ਮੈਨੂੰ ਵੀ ਲੱਗਣ ਲੱਗ ਗਿਆ ਵੀ ਐਂ ਗੱਲ ਤਾਂ ਕਾਮੇਡੀ ਜੀ ਹੋਈ ਹੈ ਤਾਂ ਹੱਸਣ ਜਿਹੇ ਵਾਲਾ ਗਾਣਾ ਲੱਗਦਾ। ਸੋ ਉਹ ਫਿਰ ਇਹ ਮੇਰਾ ਖਿਆਲ 98 ਦੀ ਗੱਲ ਹੋਣੀ ਆ 99 ਦੀ। ਸੋ ਉਹ ਪਿਆਰ ਆ ਉੱਦਾਂ ਹੀ ਜੀ ਉਹ ਮੈਂ ਵੀ ਰੱਖਤਾ ਪੜ੍ਹ ਕੇ ਵੀ ਨਹੀਂ ਇਹ ਲੱਗਦਾ ਨਹੀਂ ਹਾਂ ਗੱਲ ਉਹ ਸਹੀ ਕਰ ਲਾ। ਤੋ ਉਹਦੇ ਤੋਂ ਬਾਅਦ ਫਿਰ ਇੱਕ ਟੇਪ ਅਸੀਂ ਰਿਕਾਰਡ ਕੀਤੀ ਸੀਗੀ ਲੱਕੀ ਸਟਾਰ ਕੰਪਨੀ ਤੋਂ ਉਹ ਰਿਲੀਜ਼ ਹੋਈ ਸੀ ਜਿਹਦਾ ਨਾਮ ਬਾਅਦ 'ਚ ਰੌਲਾ ਪੈ ਗਿਆ ਹੋਇਆ। ਸੋ ਉਹਦੇ 8 ਗੀਤ ਰਿਕਾਰਡ ਹੋ ਚੁੱਕੇ ਸੀ। ਸੋ ਅਸੀਂ ਸਾਰੀ ਟੀਮ ਇੱਕ ਦਿਨ ਬੈਠੇ ਸੀ ਇੰਦਰਲੋਕ ਸਟੂਡੀਓ ਤੇਜਵੰਤ ਕਿੱਟੂ ਹੋਰੀ ਸਾਡਾ ਮਿਊਜ਼ਿਕ ਜਿਨ੍ਹਾਂ ਨੇ ਕਈ ਐਲਬਮ ਮੈਂ ਉਹਨਾਂ ਦੇ ਨਾਲ ਕੀਤੀ। ਹਾਂਜੀ ਸੋ ਉਹ ਮੈਨੂੰ ਕਹਿੰਦੇ ਯਾਰ ਇੱਕ ਕੋਈ ਘਾਟ ਲੱਗਦੀ ਆ ਕਿ ਗਾਣਾ ਇੱਕ ਹੋਰ ਚਾਹੀਦਾ ਜਿਵੇਂ ਇੱਕ ਇੰਜਣ ਜਿਹਾ ਗੀਤ ਹੁੰਦਾ ਨਾ ਕੋਈ ਜਿਹੜਾ ਸਾਰੀ ਟੇਪ ਨੂੰ ਖਿੱਚੇ ਵੀ ਕੋਈ ਉਹੋ ਜਿਹਾ। ਤੋਂ ਉਦੋਂ ਕਿਉਂਕਿ ਮੇਰੀ ਖਾਸੀਅਤ ਆ ਕਿ ਮੈਂ ਕੋਈ ਗਾਣਾ ਨਾ ਚਾਹੇ 4 ਸਾਲ ਪਹਿਲਾਂ ਪੜ੍ਹ ਲਵਾਂ ਤੇ ਜਿਹੜੀ ਲਾਈਨ ਆ ਉਹਦੀ ਮੇਨ ਲਾਈਨ ਜੇ ਉਹ ਚੰਗੀ ਆ
ਤਾਂ ਉਹ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ, ਉਹ ਕਿਤੇ ਨਾ ਕਿਤੇ ਫਿੱਟ ਹੋ ਜਾਂਦੀ ਹੈ, ਇੱਕ ਵਾਰੀ ਪੜ੍ਹ ਕੇ ਵੀ ਚਾਹੇ ਛੱਡ ਦੂੰ। ਤਾਂ ਮੈਂ ਇੱਦਾਂ ਹੀ ਬੈਠੇ ਬੈਠੇ ਨੇ ਮੈਂ ਕਿਹਾ ਯਾਰ ਇੱਕ ਲਾਈਨ ਮੈਂ ਬਹੁਤ ਹੋ ਗਏ 2 ਸਾਲ ਉਦੋਂ ਪੜ੍ਹੀ ਸੀ ਵੀ ਉਹ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਇੱਦਾਂ ਸੀਗਾ ਹੈ ਨਾ ਵੀ ਮੈਂ ਬਾਕੀ ਮੈਂ ਉਹਨੂੰ ਆਈਡੀਆ ਜਿਹਾ ਦੱਸਤਾ ਵੀ ਇੱਦਾਂ ਦੀ ਗੱਲ ਸੀਗੀ ਕਿ ਮੁੰਡਾ ਗੱਲ ਕਰ ਰਿਹਾ ਪਿੰਡ ਦੇ ਵਿੱਚ, ਵੀ ਮੈਂ ਕੀਤਾ ਕੁਛ ਨਹੀਂ ਸੀ, ਮੈਂ ਐਵੇਂ ਹੀ ਟੌਰ ਸ਼ੋਰ ਲਾ ਕੇ ਨਿਕਲਿਆ ਤੇ ਵੀ ਲੋਕਾਂ ਨੇ ਐਵੇਂ ਗੱਲ ਚੱਕ ਲਈ ਵੀ ਐਵੇਂ ਰੌਲਾ ਪੈ ਗਿਆ। ਉਹ ਕਹਿੰਦਾ ਯਾਰ ਇਹ ਤਾਂ ਆਈਡੀਆ ਹੀ ਬਹੁਤ ਅੱਛਾ ਲੱਗ ਰਿਹਾ ਵੀ ਤੂੰ ਇਹ ਗਾਣਾ ਲਿਆ ਆਪਾਂ ਦੇਖੀ। ਤਾਂ ਉਹ ਮੈਂ ਜਾ ਕੇ ਲੱਭਿਆ ਘਰੇ, ਉਹ ਉਵੇਂ ਡਰੋਜ ਦੇ ਵਿੱਚ ਪਿਆ ਸੀਗਾ ਤੇ ਮੈਂ ਚੱਕ ਕੇ ਲਿਆਂਦਾ ਦੂਸਰੇ ਦਿਨ। ਸੋ ਇਹ ਗਾਣੇ ਦੀ ਕੰਪੋਜ਼ ਬਣੀ ਔਰ ਰਿਕਾਰਡ ਹੋਇਆ ਹੈ ਨਾ। ਔਰ ਜਦੋਂ ਇਹ ਫਿਰ ਰਿਕਾਰਡ ਹੋ ਕੇ ਵੱਜਿਆ ਚੈਨਲਾਂ ਦੇ ਉੱਤੇ, ਉਦੋਂ ਵੀ ਮੈਨੂੰ 3-4 ਲੋਕਾਂ ਦੇ ਫੋਨ ਆਏ, ਕਹਿੰਦੇ ਯਾਰ ਤੁਹਾਡਾ ਮੈਟਰ ਬੜਾ ਅੱਛਾ ਹੁੰਦਾ, ਮਤਲਬ ਧਨਾਂਤਰ ਬੰਦੇ ਜਿਹੜੇ ਇੰਡਸਟਰੀ ਦੇ ਕਹਾਉਂਦੇ ਆ। ਸੋ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਤੁਹਾਡਾ ਮੈਟਰ ਬੜਾ ਚੰਗਾ ਹੁੰਦਾ, ਪਰ ਇਹ ਰੌਲਾ ਪੈ ਗਿਆ ਤਾਂ ਇਹ ਤਾਂ ਕੋਈ ਕਮੇਡੀ ਜਿਹਾ ਗਾਣਾ ਲੱਗਦਾ, ਇਹ ਕਿਹੋ ਜਿਹਾ ਗੀਤ ਗਾਤਾ ਇਸ ਵਾਰੀ। ਤਾਂ ਮੈਨੂੰ ਫੇਰ ਵੀ ਨਹੀਂ ਲੱਗਿਆ, ਮੈਂ ਕਿਹਾ ਯਾਰ ਨਹੀਂ ਠੀਕ ਲੱਗ ਰਿਹਾ ਗਾਣਾ, ਫਿਰ ਮੈਨੂੰ ਕਿਉਂ ਲੱਗ ਰਿਹਾ ਇੱਦਾਂ, ਕਿਉਂਕਿ ਉਹ 5-7 ਦਿਨ ਜਦੋਂ ਚੱਲਿਆ ਉਹ ਚੈਨਲਾਂ 'ਤੇ, ਫਿਰ ਉਹਨੇ ਐਸੀ ਧਮਾਲ ਮਚਾਈ ਉਹਦੇ ਤੋਂ ਬਾਅਦ 'ਚ, ਕਿਉਂਕਿ ਉਹ ਇੱਕ ਚੇਂਜ ਸੀਗਾ, ਇੱਕ ਨਵਾਂ ਮੈਟਰ ਸੀ ਜਿਹੜਾ ਪਹਿਲਾਂ ਇਹੋ ਜਿਹੀ ਗੱਲ ਕਦੇ ਨਹੀਂ ਹੋਈ ਸੀ। ਸੋ ਉਹਦੇ ਤੋਂ ਫਿਰ ਉਹ ਐਡਾ ਚਾਰੇ ਪਾਸੇ ਰੌਲਾ ਪੈ ਗਿਆ ਹੋ ਗਈ। ਕਹਿੰਦੇ 2 ਲਾਈਨਾਂ ਹੋ ਜਾਣ ਉਸ ਦੀਆਂ ਫਿਰ ਮਾਰ ਪਾ ਲਈਏ ਕਿ ਨਾ ਕਿਸੇ ਨਾਲ ਅੱਖੀਆਂ ਲਾਈਆਂ ਓਏ, ਨਾ ਕਿਸੇ ਨਾਲ ਦਿਲ ਵਟਾਇਆ, ਨਾ ਕਿਸੇ ਨਾਲ ਵਾਦਾ ਕੀਤਾ, ਨਾ ਕਿਸੇ ਨੂੰ ਲਾਰਾ ਲਾਇਆ, 2 ਘੜੀਆਂ ਬਸ ਟਾਈਮ ਪਾਸ ਲਈ ਆਣ ਮੋੜ ਤੇ ਬਹਿ ਗਿਆ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ। ਗਰੇਵਾਲ ਸਾਹਿਬ, ਗੱਲਾਂ ਕਰਦੇ ਕਰਦੇ ਕਿੱਦਾਂ ਵਕਤ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ। ਜਾਣ ਤੋਂ ਪਹਿਲਾਂ ਜੀ, ਵਾਟ ਇਜ਼ ਔਨ ਯੋਰ ਵਿਸ਼ ਲਿਸਟ? ਮੈਨੂੰ ਹੈਗਾ ਕਿ ਮੈਂ ਫਿਲਮ ਇੰਡਸਟਰੀ 'ਚ ਹੋਰ ਬਹੁਤ ਚੰਗਾ ਕੰਮ ਹਲੇ ਕਰਨਾ ਚਾਹੁੰਦਾ, ਔਰ ਮੈਨੂੰ ਅਲੱਗ-ਅਲੱਗ ਕਰੈਕਟਰ ਪਲੇ ਕਰਨ ਦੇ ਸ਼ੌਕ ਹੈਗੇ ਆ। ਤੋ ਮੈਂ ਅੱਗੇ ਵੀ ਅਸੀਂ ਫਿਲਮਾਂ ਇੱਦਾਂ ਦੀਆਂ ਪਲਾਨ ਕਰ ਰਹੇ ਹਾਂ, ਪਹਿਲਾਂ ਵੀ ਅਸੀਂ ਕੀਤੀਆਂ। ਸੋ ਗਾਣੇ ਵੀ ਮੈਂ ਚਾਹੁੰਦਾ ਕਿ ਚੰਗੇ ਨਵੇਂ ਆਉਂਦੇ ਹੀ ਰਹਿਣ, ਔਰ ਆਖਰੀ ਦਮ ਤੱਕ ਮੈਂ ਗਾਵਾਂ, ਇਸੇ ਤਰ੍ਹਾਂ ਲੋਕ ਮੈਨੂੰ ਪਿਆਰ ਕਰਦੇ ਰਹਿਣ, ਔਰ ਮਿਹਨਤ ਵੀ ਇਸੇ ਤਰ੍ਹਾਂ ਹੀ ਕਰੀਏ, ਕਿਉਂਕਿ ਜਦੋਂ ਹੁਣ ਵੀ ਕੋਈ ਗਾਣਾ ਬਣਾਈਦਾ ਇੱਦਾਂ ਹੀ ਬਣਾਈਦਾ ਕਿ ਮਤਲਬ ਪਹਿਲੇ ਹੀ ਗੀਤ ਆ। ਔਰ ਇਹਦੇ ਤੋਂ ਹੀ ਮੈਂ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਜਿਹੜਾ ਸਿੰਗਰ ਆਪਣਾ ਲਾਸਟ ਗਾਣਾ ਗਾਉਂਦਾ, ਉਹਦੇ ਤੋਂ ਹੀ ਉਹਦਾ ਰਿਜ਼ਲਟ ਕੱਢਿਆ ਜਾਂਦਾ, ਉਹ ਤੋਂ ਪਹਿਲਾਂ ਉਹਨੇ ਚਾਹੇ 10-15 ਸਾਲ ਕੀ ਕਰ ਲਿਆ, ਉਹਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਸੋ ਬਾਕੀ ਖੁਆਇਸ਼ਾਂ ਇਹੀ ਨੇ ਕਿ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੀਏ, ਔਰ ਜਿੰਨਾ ਕੁ ਮਾਲਕ ਨੇ ਬਖਸ਼ਿਸ਼ ਕੀਤੀ ਆ ਉਹਦੇ ਹਿਸਾਬ ਨਾਲ ਜਿੰਨਾ ਲੋਕਾਂ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਸਕਦੇ ਹਾਂ ਔਰ ਲੋਕਾਂ ਦੀ ਹੈਲਪ ਕਰ ਸਕਦੇ ਹਾਂ, ਉਹ ਵੀ ਨਾਲ ਕਰੀਏ, ਔਰ ਚੰਗੇ ਗਾਣੇ, ਚੰਗੀਆਂ ਫਿਲਮਾਂ ਹੋਰ ਰਿਲੀਜ਼ ਕਰੀਏ। ਗਰੇਵਾਲ ਸਾਹਿਬ, ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਿਲਵਰ ਜੁਬਲੀ ਦੀਆਂ ਮੇਰੇ ਤੇ ਵਰੁਣ ਵੱਲੋਂ ਤੁਹਾਨੂੰ ਬਹੁਤ ਵਧਾਈ, ਤੇ ਤੁਹਾਡੇ ਵਾਸਤੇ ਇੱਕੋ ਹੀ ਮੂੰਹ ਚੋਂ ਅਸੀਸ ਨਿਕਲਦੀ ਹੈ, ਜਾਂ ਮਾਂ ਬੋਲੀ ਜਿੰਨੀ ਤੇਰੀ ਉਮਰ ਹੋਵੇ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਜ ਮੈਂ ਤੇ ਵਰੁਣ ਨੇ ਕੀਤੀਆਂ ਰਵਿੰਦਰ ਗਰੇਵਾਲ ਨਾਲ ਗੱਲਾਂ, ਤੇ ਵਿੱਚੋਂ ਸੁਣੇ 2-3 ਪਿਆਰੇ ਗੀਤ। ਮੈਂ ਤੁਹਾਡਾ ਨਵਨੀਤ। One-stop answer to your Australian education and visa matters. GEMCO Sydney. Dream big, achieve big.